ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪਾਂ ਆਪਣੀ ਇਸ ਗੁਰਮਤਿ ਕਲਾਸ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ, ਉਹਦੇ ਵਿੱਚੋਂ ਅਸ਼ਟਪਦੀ ਨੰਬਰ 14 ਤੇ ਉਸ ਦਾ ਬੰਦ ਨੰਬਰ 7 ਅਤੇ 8, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 282 ਤੇ ਦਰਜ ਹੈ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਅਸ਼ਟਪਦੀ ਦਾ ਜੋ ਸ਼ਲੋਕ ਹੈ ਆਪਾਂ ਪਹਿਲਾਂ 3-4 ਦਫਾ ਸਮਝ ਹੀ ਲਿਆ ਹੈ, ਜਿਸ ਵਿੱਚ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਇਹੋ ਹੀ ਗੱਲ ਸਮਝਾਈ ਹੈ ਕਿ ਆਪਣੀਆਂ ਸਿਆਣਪਾਂ ਛੱਡ ਦਿਓ। ਜਿੰਨਾ ਚਿਰ ਅਸੀਂ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ, ਚਲਾਕੀਆਂ, ਉਹ ਚੀਜ਼ਾਂ ਨਹੀਂ ਛੱਡਦੇ, ਉਹਨਾਂ ਚਿਰ ਜੋ ਦੁਨੀਆ ਵਿੱਚ ਹੋ ਰਿਹਾ ਹੈ ਹੁੰਦਾ ਹੀ ਰਹੇਗਾ। ਸਾਨੂੰ ਸੱਚਮੁੱਚ ਹੀ ਪਰਮਾਤਮਾ ਤੇ ਆਸ਼ਰਿਤ ਹੋਣਾ ਚਾਹੀਦਾ ਹੈ। ਜਦੋਂ ਅਸੀਂ ਪਰਮਾਤਮਾ ਦੀ ਆਸ ਤੱਕ ਕੇ ਆਪਣੀ ਹਉਮੈ ਦੀ ਨਿਵਰਤੀ ਕਰਾਂਗੇ, ਆਪਣੇ ਅਹੰਕਾਰ ਨੂੰ ਛੱਡਾਂਗੇ, ਤੇ ਫਿਰ ਸੱਚਮੁੱਚ ਹੀ ਇਸ ਧਰਤੀ ਉੱਤੇ ਸ਼ਾਂਤੀ ਬਹਾਲ ਹੋ ਸਕੇਗੀ। ਨਹੀਂ ਤੇ ਲੱਗ ਨਹੀਂ ਰਿਹਾ ਜਿਸ ਤਰ੍ਹਾਂ ਲੋਕ ਆਪਣੀ ਆਪਣੀ ਪਾਵਰ ਦਾ ਵਿਖਾਵਾ ਕਰਦੇ ਨੇ ਪਏ। ਇਹਨਾਂ ਕੁਛ ਲੋਕਾਂ ਨੇ, ਕੁਛ ਆਦਮੀਆਂ ਨੇ ਪੂਰੀ ਦੁਨੀਆ ਨੂੰ ਇੱਕ ਉਸ ਹਨੇਰੇ ਖਾਤੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਜਿੱਥੋਂ ਅੱਗੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਸੋ ਚਲੋ, ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਤੇ ਇਹੋ ਹੀ ਸਮਝਾਉਂਦੇ ਨੇ ਕਿ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰੋ ਤੇ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ, ਚਲਾਕੀਆਂ, ਇਹਨਾਂ ਦਾ ਤਿਆਗ ਕਰ ਦਿਓ। ਵਾਹਿਗੁਰੂ ਜੀ ਦੀ ਟੇਕ ਤੇ ਆਪਣਾ ਜੀਵਨ ਜੀਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਾਰਾ ਆਤਮਕ ਦੁੱਖ ਤੇ ਆ ਜਿਹੜਾ ਭਰਮ ਭੁਲੇਖਾ ਬਣਿਆ ਹੋਇਆ ਹੈ, ਜਗ੍ਹਾ ਮੇਰੀ ਏ ਤੇ ਉਹ ਜਗ੍ਹਾ ਤੇਰੀ ਏ, ਇਹ ਵੀ ਮੁੱਕ ਜਾਏਗਾ ਤੇ ਭਉ ਵੀ ਜਿਹੜਾ ਜਨਮ ਤੇ ਮਰਨ ਦਾ, ਇਹ ਵੀ ਖਤਮ ਹੋ ਜਾਏਗਾ। ਸੋ ਪਿਛਲੀ ਜਦੋਂ ਆਪਾਂ ਕਲਾਸ ਵਿੱਚ ਬੰਦ ਨੰਬਰ 5 ਤੇ 6 ਸਮਝਿਆ ਸੀ, ਉਸ ਵਿੱਚੋਂ ਇਹ 2 ਪੰਕਤੀਆਂ ਰਹਿ ਗਈਆਂ ਸਨ। ਤੁਸਾਂ ਹੀ ਮੇਰਾ ਧਿਆਨ ਦਵਾਇਆ ਸੀ ਕਿ ਪੰਕਤੀਆਂ ਰਹਿ ਗਈਆਂ ਨੇ। ਉਹ ਕਿਸੇ ਮੇਰੀ ਹੀ ਗਲਤੀ ਦੇ ਕਾਰਨ ਰਹੀਆਂ ਹੋਣਗੀਆਂ, ਪਰ ਮੈਨੂੰ ਪੂਰਾ ਪਤਾ ਨਹੀਂ ਇਹ ਕਿਉਂ ਰਹੀਆਂ ਸਨ। ਪਰ ਉੱਥੇ ਮੈਂ ਸਲਾਈਡਸ ਦੇ ਵਿੱਚ ਚੈੱਕ ਕੀਤਾ, ਉੱਥੇ ਹੈਗੀਆਂ ਸਨ, ਮੌਜੂਦ ਸਨ। ਸੋ ਇਹਨਾਂ 2 ਪੰਕਤੀਆਂ ਵਿੱਚ ਜਿਹੜੀਆਂ 6ਵੇਂ ਬੰਦ ਦੀਆਂ ਪੰਕਤੀਆਂ ਨੇ, ਇਹਨਾਂ ਵਿੱਚ ਗੁਰੂ ਜੀ ਨੇ ਬਚਨ ਲਿਖੇ ਨੇ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਵਨ ਜਾਵਨ ਤੋਂ ਤੇ ਮਤਲਬ ਹੈ ਜੀ ਜਨਮ ਤੇ ਮਰਨ, ਆਉਣਾ ਤੇ ਜਾਣਾ, ਸੰਸਾਰ ਵਿੱਚ ਆਉਣਾ ਤੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਦੂਜਾ ਹੈ ਦ੍ਰਿਸ਼ਟ, ਜੋ ਸਾਨੂੰ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਨਜ਼ਰ ਆਉਂਦਾ ਹੈ, ਜੋ ਦ੍ਰਿਸ਼ਟਮਾਨ ਹੈ। ਇਹ ਸਾਰਾ ਸੰਸਾਰ, ਇਹ ਸਮੁੱਚਾ ਬ੍ਰਹਿਮੰਡ ਜਾਂ ਸਮੁੱਚੇ ਬ੍ਰਹਿਮੰਡ ਆਖੀਏ। ਅਤੇ ਅਨਦ੍ਰਿਸ਼ਟ, ਸਾਨੂੰ ਜਿੰਨਾ ਕੁਝ ਦਿਸਦਾ ਹੈ ਨਾ ਜੀ ਬਾਹਰ, ਇਹਨਾਂ ਅੱਖਾਂ ਦੇ ਨਾਲ, ਖੁੱਲੀਆਂ ਅੱਖਾਂ ਦੇ ਨਾਲ, ਇਸ ਤੋਂ ਕਈ ਗੁਣਾ ਵਧੇਰੇ ਅਨਦ੍ਰਿਸ਼ਟ ਹੈ, ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਇਹਨਾਂ ਅੱਖਾਂ ਦੇ ਨਾਲ। ਜਿਹੜਾ ਸੰਸਾਰ ਦਿਸਦਾ ਹੈ ਇਹ ਬਹੁਤ ਥੋੜ੍ਹਾ ਹੈ, ਜਿਹੜਾ ਅਨਦਿਸਦਾ ਹੈ ਉਹ ਬਹੁਤ ਜ਼ਿਆਦਾ ਹੈ। ਲੇਕਿਨ ਗੁਰੂ ਜੀ ਆਖਦੇ ਨੇ, ਭਾਵੇਂ ਉਹ ਸੰਸਾਰ ਦ੍ਰਿਸ਼ਟਮਾਨ ਹੈ ਤੇ ਭਾਵੇਂ ਸਾਡੀ ਦ੍ਰਿਸ਼ਟੀ ਗੋਚਰ ਨਹੀਂ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਸਾਰੀ ਸ੍ਰਿਸ਼ਟੀ, ਦ੍ਰਿਸ਼ਟਮਾਨ ਸੰਸਾਰ ਤੇ ਅਨਦਿਸਦਾ ਸੰਸਾਰ,
ਇਹ ਉਸ ਦੀ ਆਗਿਆ ਵਿੱਚ ਹੈ, ਉਸ ਦੇ ਹੁਕਮ ਵਿੱਚ ਹੈ। ਜਦੋਂ ਗੁਰਬਾਣੀ ਵਿੱਚੋਂ ਇਹੋ ਜਿਹੇ ਬਚਨ ਪੜ੍ਹਦੇ ਹਾਂ ਤੇ ਉਦੋਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਜੋ ਕੁਛ ਦੁਨੀਆ ਵਿੱਚ ਹੋ ਰਿਹਾ ਇਹ ਸਾਰਾ ਉਹਦੇ ਹੁਕਮ ਵਿੱਚ ਹੀ ਹੈ, ਉਹਦੀ ਆਗਿਆ ਵਿੱਚ ਹੀ ਹੈ। ਪਰ ਕਈ ਵਾਰੀ ਕੁਝ ਬਚਨ ਗੁਰੂ ਮਹਾਰਾਜ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਜਿਵੇਂ ਮਾਨਖ ਕੋ ਪ੍ਰਭ ਦੀ ਵਡਿਆਈ, ਵੀ ਬੰਦੇ ਨੂੰ ਵਾਹਿਗੁਰੂ ਜੀ ਨੇ ਬਹੁਤ ਵੱਡੀ ਵਡਿਆਈ ਦਿੱਤੀ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਇਹ ਜਿਹੜਾ ਬ੍ਰਹਿਮੰਡ ਹੈ ਇਹ ਧਰਤੀ ਦੇ ਵਿੱਚ ਉੱਤੇ ਇਹਦੀ ਸਰਦਾਰੀ ਇਸ ਮਨੁੱਖ ਦੀ। ਜਿਵੇਂ ਗੁਰੂ ਜੀ ਨੇ ਲਿਖਿਆ ਕਿ ਇਸ ਧਰਤੀ ਮਹਿ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਅਸੀਂ ਮਨੁੱਖ ਜਾਤੀ ਇਸ ਧਰਤੀ ਉੱਤੇ ਸਰਬ ਸ੍ਰੇਸ਼ਟ ਹਾਂ ਦਿਮਾਗ ਕਰਕੇ, ਤੇ ਸਾਨੂੰ ਇਹ ਜ਼ਰੂਰ ਚਾਹੀਦਾ ਕਿ ਅਸੀਂ ਆਪਣੇ ਦਿਮਾਗ ਨਾਲ ਸੋਚੀਏ ਕਿ ਅਸੀਂ ਕੀ ਕਰ ਰਹੇ ਹਾਂ। ਜਿਵੇਂ ਉਹ ਬਚਨ ਹੈ ਨਾ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਅਸੀਂ ਮਨੁੱਖ ਜਾਤੀ ਆਪਣੇ ਹੱਥੀਂ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਚਲਾ ਰਹੇ ਹਾਂ, ਜੋ ਕੁਝ ਇੱਥੇ ਅਸੀਂ ਹੁਣ ਯੂਕਰੇਨ ਵਿੱਚ ਕਰ ਰਹੇ ਹਾਂ। ਇਹ ਸਾਨੂੰ ਨਹੀਂ ਸੀ ਕਰਨਾ ਚਾਹੀਦਾ। ਸੋ ਇਹ ਦੋ ਚੀਜ਼ਾਂ ਧਿਆਨ ਵਿੱਚ ਆਉਂਦੀਆਂ ਨੇ। ਇੱਕ ਪਾਸੇ ਤੇ ਗੁਰੂ ਜੀ ਇਹ ਵੀ ਆਖਦੇ ਨੇ ਕਿ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਉਹਦੀ ਆਗਿਆਕਾਰ ਹੈ। ਇੱਕ ਪਾਸੇ ਜਦੋਂ ਉਹ ਵੇਖਦੇ ਆ ਕਿ ਬੰਦੇ ਨੂੰ ਵਾਹਿਗੁਰੂ ਜੀ ਨੇ ਕਿਸੇ ਹੱਦ ਤੱਕ ਆਜ਼ਾਦੀ ਦਿੱਤੀ ਹੋਈ ਹੈ, ਜਿਹਨੂੰ ਤੁਸੀਂ ਵਿਲ ਪਾਵਰ ਕਹਿੰਦੇ ਹੁੰਦੇ ਜੇ, ਇਸ ਨੂੰ ਸੋਚ ਸਮਝ ਕੇ ਆਪਣੀ ਪਾਵਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਇਹ ਹੰਕਾਰ ਦੇ ਨਸ਼ੇ ਵਿੱਚ ਇੰਨਾ ਨਸ਼ਈ ਹੋ ਗਿਆ ਕਿ ਇਹਨੂੰ ਆਪਣੇ ਆਪ ਦੀ ਵੀ ਹੁਣ ਮਨੁੱਖ ਨੂੰ ਸੁਰਤ ਨਹੀਂ ਰਹੀ। ਸੋ ਇਹ ਪੰਕਤੀਆਂ ਆਪਣੀਆਂ ਪਿਛਲੀ ਵਾਰੀ ਰਹਿ ਗਈਆਂ ਸਨ ਤੇ ਆਪਾਂ ਹੁਣ ਇਸ ਤੋਂ ਅੱਗੇ ਜਿਹੜਾ ਬੰਦ ਨੰਬਰ 7 ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਮੈਂ ਥੱਲੇ ਨਾ ਇੱਕ ਗ੍ਰੀਨ ਜਿਹਦੇ ਵਿੱਚ ਇੱਕ ਨੰਬਰ ਲਗਾਇਆ ਹੋਇਆ। ਇੱਕ ਇਹਦਾ ਮਤਲਬ ਹੈ ਕਿ ਹਰ ਬੰਦ ਦੀਆਂ 5-5 ਸਲਾਈਡਸ ਹੁੰਦੀਆਂ ਨੇ, ਤੇ ਜੇ ਹੁਣ ਕੋਈ ਮਿਸ ਹੋਏਗੀ ਤੇ ਸਾਨੂੰ ਨਜ਼ਰ ਆ ਜਾਏਗੀ। ਪਿਛਲੀ ਵਾਰੀ ਉਹ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਉਹ ਇੱਕ ਸਲਾਈਡ ਕਿਵੇਂ ਨਿਕਲ ਗਈ। ਸੋ ਚਲੋ, ਗੁਰੂ ਮਹਾਰਾਜ ਜੀ ਇਹਨਾਂ ਪਹਿਲੀਆਂ 2 ਪੰਕਤੀਆਂ ਵਿੱਚ ਲਿਖਦੇ ਨੇ, ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ, ਸਗਲ ਸੰਸਾਰ ਉਧਰੈ ਤਿੰਨ ਮੰਤ। ਹੁਣ ਆਪਾਂ ਗੱਲ ਬਹੁਤ ਵਾਰੀ ਕਰਦੇ ਹੁੰਦੇ ਆ ਕਿ ਸਾਰੀ ਅਸ਼ਟਪਦੀ ਮਾਨੋ ਸ਼ਲੋਕ ਦੀ ਵਿਆਖਿਆ ਹੈ। ਹੁਣ ਇੱਥੇ ਆਪਾਂ ਥੋੜ੍ਹਾ ਜਿਹਾ ਸਮਝਣਾ ਹੈ ਕਿ ਵਿਆਖਿਆ ਕਿਵੇਂ ਹੋ ਰਹੀ ਹੈ ਉਸ ਸ਼ਲੋਕ ਦੀ। ਉਹਦੇ ਵਿੱਚ ਸੀ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਹੁਣ ਇਹਦੀ ਵਿਆਖਿਆ ਹੈ, ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ, ਜਿਨ੍ਹਾਂ ਨੇ ਆਪਣੀ ਸਿਆਣਪ ਛੱਡ ਦਿੱਤੀ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਆਸਰੇ ਤੇ ਆਪਣਾ ਜੀਵਨ ਜੀਵਿਆ, ਉਹਨਾਂ ਨੇ ਪ੍ਰਭੂ ਨੂੰ ਜਾਣ ਲਿਆ। ਤੇ ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ ਉਹ ਸੰਸਾਰ ਵਿੱਚ ਇੱਜ਼ਤ ਮਾਣ ਵਾਲੇ ਬਣ ਗਏ। ਸ਼ੋਭਾਵੰਤ ਤੋਂ ਮਤਲਬ ਹੈ ਵਡਿਆਈ ਵਾਲੇ, ਸ਼ੋਭਾ ਵਾਲੇ। ਉਹ ਰੱਬ ਦੇ ਪਿਆਰੇ, ਸ਼ੋਭਾ ਵਾਲੇ, ਵਡਿਆਈ ਵਾਲੇ, ਇੱਜ਼ਤ ਮਾਣ ਵਾਲੇ ਸੰਸਾਰ ਵਿੱਚ ਬਣ ਗਏ, ਜਿਨ੍ਹਾਂ ਨੇ ਆਪਣੀ ਸਿਆਣਪ ਨੂੰ ਛੱਡਿਆ, ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਤੇ ਉਹਦੀ ਆਸ ਤੇ ਉਹਦੇ ਆਸਰੇ ਉੱਤੇ ਆਪਣਾ ਜੀਵਨ ਬਿਤਾਇਆ। ਉਹਨਾਂ ਨੇ ਪ੍ਰਭੂ ਨੂੰ ਜਾਣ ਲਿਆ ਤੇ ਉਹ ਸ਼ੋਭਾਵੰਤ ਬਣ ਗਏ। ਹੁਣ ਅੱਗੇ ਆਖਦੇ ਨੇ, ਸਗਲ ਸੰਸਾਰ ਉਧਰੈ ਤਿੰਨ ਮੰਤ। ਇਹ ਜਿਹੜਾ ਮੰਤ ਸ਼ਬਦ ਹੈ ਜੀ, ਇਹਦਾ
ਮੂਲ ਰੂਪ ਹੈ ਮੰਤਰ। ਮੰਤਰ ਜਿਹੜਾ ਹੁੰਦਾ ਹੈ, ਇਹਦੇ 2-3 ਅਰਥ ਵਿਦਵਾਨ ਲੋਕਾਂ ਨੇ ਕੀਤੇ ਨੇ। ਇੱਕ ਹੁੰਦਾ ਹੈ ਕਿਸੇ ਦੇ ਨਾਲ ਗੁਪਤ ਗੱਲ ਕਰਨਾ, ਇਸ ਤਰ੍ਹਾਂ ਗੱਲ ਕਰਨਾ ਕਿ ਕਿਸੇ ਹੋਰ ਨੂੰ ਨਾ ਪਤਾ ਲੱਗੇ। ਕਈ ਵਾਰੀ ਆਖਦੇ ਆਪਾਂ ਕਿ ਪਤਾ ਨਹੀਂ ਉਹਦੇ ਕੰਨ ਵਿੱਚ ਕੀ ਮੰਤਰ ਮਾਰਿਆ ਉਹਨੇ, ਉਹ ਤੇ ਉਦੋਂ ਦਾ ਸਾਡੀ ਗੱਲ ਹੀ ਨਹੀਂ ਸੁਣਦਾ। ਵੀ ਹੋਰ ਕਿਸੇ ਨੂੰ ਪਤਾ ਨਹੀਂ ਲੱਗਾ ਉਹਨੇ ਕਿਹੜੀ ਗੱਲ ਉਹਦੇ ਕੰਨ 'ਚ ਪਾ ਦਿੱਤੀ ਏ। ਇਸ ਨੂੰ ਆਖਦੇ ਨੇ ਗੁਪਤ ਗੱਲ ਕਰਨਾ, ਗੁਪਤ ਬਾਤ ਕਰਨਾ। ਇੱਕ ਮੰਤਰ ਹੁੰਦਾ ਹੈ ਕਿਸੇ ਰੱਬੀ ਸ਼ਕਤੀ ਨੂੰ, ਜਿਵੇਂ ਕੋਈ ਦੇਵੀ ਹੈ, ਕੋਈ ਦੇਵਤਾ ਹੈ, ਕੋਈ ਸੰਸਾਰ ਤੋਂ ਜਾ ਚੁੱਕਿਆ ਮਹਾਂਪੁਰਸ਼ ਹੈ, ਜਾਂ ਕੋਈ ਇਸ ਤਰ੍ਹਾਂ ਦੀ ਹੈ ਜਿਹਨੂੰ ਅਸੀਂ ਗੁਪਤ ਸ਼ਕਤੀ ਵੀ ਕਹਿ ਸਕਦੇ ਹਾਂ। ਉਸ ਨੂੰ ਪ੍ਰਸੰਨ ਕਰਨ ਲਈ, ਉਸ ਨੂੰ ਖੁਸ਼ ਕਰਨ ਲਈ ਕਿਸੇ ਮੰਤਰ ਦਾ ਬਾਰ-ਬਾਰ ਜਪ ਕਰਨਾ, ਉਸ ਨੂੰ ਵੀ ਮੰਤਰ ਹੀ ਆਖਦੇ ਨੇ। ਭਾਵੇਂ ਉਹ ਰੱਬ ਨੂੰ ਹੀ ਪ੍ਰਸੰਨ ਕਰਨ ਲਈ ਜਾਂ ਰੱਬ ਨੂੰ ਪ੍ਰਗਟ ਕਰਨ ਲਈ ਕਿਸੇ ਮੰਤਰ ਦਾ ਜਪ ਕੀਤਾ ਜਾਏ। ਇਹ ਵੀ ਇਹਦੇ ਅਰਥ ਨੇ। ਤੇ ਇੱਕ ਇਹਦਾ ਅਰਥ ਹੁੰਦੇ ਨੇ ਮੰਤਰ ਮੈਨੇ ਉਪਦੇਸ਼, ਸਿੱਖਿਆ। ਹੁਣ ਇੱਥੇ ਜਿਹੜਾ ਮੰਤ ਦਾ ਜਿਹੜਾ ਅਰਥ ਠੀਕ ਬੈਠਦਾ ਹੈ, ਉਹ ਸਿੱਖਿਆ ਬੈਠਦਾ ਹੈ। ਕਿਉਂਕਿ ਪ੍ਰਸੰਗ ਦੇ ਹਿਸਾਬ ਨਾਲ ਜੇ ਆਪਾਂ ਵੇਖੀਏ ਤੇ ਸਗਲ ਸੰਸਾਰ ਉਧਰੈ ਤਿੰਨ ਮੰਤ, ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਨੂੰ ਜਾਣ ਲਿਆ, ਜਿਹੜੇ ਸ਼ੋਭਾਵੰਤ ਹੋ ਗਏ ਸੰਸਾਰ ਵਿੱਚ। ਸਾਰਾ ਸੰਸਾਰ ਉਧਰੈ ਤੋਂ ਭਾਵੇਂ ਭਲਾ ਹੋ ਜਾਣਾ, ਪਾਰ ਲੰਘ ਜਾਣਾ, ਵਿਕਾਰਾਂ ਤੋਂ ਬਚ ਜਾਣਾ। ਉਧਰੈ ਤਿੰਨ ਮੰਤ, ਉਹਨਾਂ ਦੇ ਉਪਦੇਸ਼ ਨਾਲ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨਾਲ ਸਾਰੇ ਸੰਸਾਰ ਦਾ ਭਲਾ ਹੋ ਜਾਂਦਾ ਹੈ, ਸਾਰਾ ਸੰਸਾਰ ਵਿਕਾਰਾਂ ਤੋਂ ਬਚ ਜਾਂਦਾ ਹੈ। ਉਹਨਾਂ ਦੀ ਸਿੱਖਿਆ ਦੁਆਰਾ, ਜਿਨ੍ਹਾਂ ਨੇ ਆਪਣੀਆਂ ਸਿਆਣਪਾਂ ਛੱਡ ਕੇ ਪ੍ਰਭੂ ਜੀ ਨੂੰ ਜਾਣ ਲਿਆ ਹੈ, ਸਮਝ ਲਿਆ ਹੈ। ਸੋ ਅਗਲੀਆਂ 2 ਪੰਕਤੀਆਂ ਵੇਖਦੇ ਆਪਾਂ, ਜਿਨ੍ਹਾਂ ਵਿੱਚ ਆਖਦੇ ਨੇ ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਉਹੋ ਜਿਹੇ ਪ੍ਰਭੂ ਦੇ ਸੇਵਕ ਜਿਨ੍ਹਾਂ ਨੇ ਪ੍ਰਭੂ ਨੂੰ ਪਹਿਚਾਨ ਲਿਆ, ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਉਸ ਨੂੰ ਮਹਿਸੂਸ ਕਰ ਲਿਆ। ਜਾਂ ਪ੍ਰੋਫੈਸਰ ਸਾਹਿਬ ਸਿੰਘ ਬੜਾ ਸੋਹਣਾ ਸ਼ਬਦ ਵਰਤਦੇ ਹੁੰਦੇ ਨੇ ਇੱਥੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਬੜੀ ਡੂੰਘੀ ਸਾਂਝ ਬਣਾ ਲਈ, ਉਹ ਹਨ ਪ੍ਰਭ ਕੇ ਸੇਵਕ। ਤੇ ਉਹ ਜਿਹੜੇ ਪ੍ਰਭੂ ਦੇ ਸੇਵਕ ਨੇ ਸਗਲ ਉਦਾਹਰਨ, ਸਾਰਿਆਂ ਨੂੰ ਉਦਾਹਰਨ ਦੇ ਯੋਗ ਬਣ ਜਾਂਦੇ ਨੇ। ਉਦਾਹਰਨ ਮਤਲਬ ਵਿਕਾਰਾਂ ਤੋਂ ਖਹਿੜਾ ਛਡਵਾਉਣ ਦੇ ਯੋਗ ਬਣ ਜਾਂਦੇ ਨੇ। ਉਹ ਅਜਿਹੀ ਮਾਨਵਤਾ ਨੂੰ ਸਿੱਖਿਆ ਦਿੰਦੇ ਨੇ, ਉਹਨਾਂ ਦੀ ਸਿੱਖਿਆ ਨੂੰ ਪਾ ਕੇ ਮਨੁੱਖ ਗਲਤ ਕਰਮਾਂ ਤੋਂ, ਮਾੜਿਆਂ ਕਰਮਾਂ ਤੋਂ ਬਚ ਜਾਂਦੇ ਨੇ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਵਿਸਾਰਨ ਦਾ ਮਤਲਬ ਹੁੰਦਾ ਦੂਰ ਕਰ ਦੇਣਾ। ਪ੍ਰਭੂ ਦੇ ਸੇਵਕ ਸਮੁੱਚੀ ਮਾਨਵਤਾ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਬਣ ਜਾਂਦੇ ਨੇ। ਹੁਣ ਇੱਥੇ ਇੱਕ ਗੱਲ ਥੋੜ੍ਹੀ ਜਿਹੀ ਆਪਾਂ ਜ਼ਰੂਰ ਸਮਝਣੀ ਹੈ ਕਿ ਸਮੁੱਚੀ ਮਾਨਵਤਾ ਦੇ ਦੁੱਖਾਂ ਨੂੰ ਪ੍ਰਭੂ ਦੇ ਸੇਵਕ ਦੂਰ ਕਰਨ ਵਾਲੇ ਕਿਵੇਂ ਬਣ ਜਾਂਦੇ ਨੇ। ਹੁਣ ਜਿਹੜੇ ਲੋਕ ਉਹਨਾਂ ਦੀ ਸੰਗਤ ਵਿੱਚ ਆਉਣਗੇ, ਜਿਹੜੇ ਲੋਕ ਉਹਨਾਂ ਦੇ ਦਿੱਤੇ ਹੋਏ ਮੰਤਰ ਦੀ ਕਮਾਈ ਕਰਨਗੇ, ਭਾਵ ਉਪਦੇਸ਼ ਦੀ ਕਮਾਈ ਕਰਨਗੇ, ਉਹਨਾਂ ਦੇ ਦੁੱਖ ਦੂਰ ਹੋ ਜਾਣਗੇ ਤੇ ਉਹ ਸਾਰੇ ਦੇ ਸਾਰੇ ਸੰਸਾਰ ਸਾਗਰ ਤੋਂ ਪਾਰ ਵੀ ਲੰਘ ਜਾਣਗੇ, ਭਾਵ ਵਿਕਾਰਾਂ ਤੋਂ ਬਚ ਜਾਣਗੇ। ਤੇ ਜਿਹੜੇ ਲੋਕ ਆਪਣੀ ਹੰਗਤਾ ਦੇ ਕਾਰਨ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਨਹੀਂ ਆਉਂਦੇ, ਉਹ ਫਿਰ ਉਹੋ ਜਿਹੇ ਰਹਿ ਜਾਂਦੇ ਨੇ ਜਿਵੇਂ ਕੋਈ ਨਦੀ ਦੇ ਕਿਨਾਰੇ ਬੈਠਾ ਹੋਇਆ ਵੀ ਪਾਣੀ ਤੋਂ ਪਿਆਸਾ ਰਹਿ ਜਾਏ। ਉਹ ਇਸ ਤਰ੍ਹਾਂ ਹੀ ਰਹਿ ਜਾਂਦੇ ਨੇ। ਸੰਸਾਰ ਦੇ ਵਿੱਚ ਵਿਦਵਾਨਾਂ ਦਾ
ਇਹ ਮੰਨਣਾ ਹੈ ਜੀ ਕਿ ਇਹ ਧਰਤੀ ਕਦੇ ਵੀ ਕਿਸੇ ਮਹਾਂਪੁਰਸ਼ ਤੋਂ ਬਿਨਾਂ ਨਹੀਂ ਹੋਈ। ਇਸ ਧਰਤੀ ਉੱਤੇ ਹਰ ਵਕਤ ਜਦੋਂ ਤੋਂ ਮਾਲਕ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਮਹਾਂਪੁਰਸ਼ ਦੁਨੀਆ ਵਿੱਚ ਰਿਹਾ ਹੈ ਜਿਸ ਨੇ ਮਾਨਵਤਾ ਨੂੰ ਚੰਗੀ ਸੇਧ ਦਿੱਤੀ ਹੋਵੇ। ਸੋ ਮਹਾਂਪੁਰਸ਼ ਦਾ ਮਤਲਬ ਜੀ ਅਸੀਂ ਇਹੋ ਹੀ ਕਰਦੇ ਹੁੰਦੇ ਹਾਂ, ਮਹਾਨ ਪੁਰਸ਼। ਉਹਨੂੰ ਸੰਤ ਆਖੋ, ਉਹਨੂੰ ਗਿਆਨੀ ਆਖੋ, ਉਹਨੂੰ ਬ੍ਰਹਮ ਗਿਆਨੀ ਆਖੋ, ਉਹਨੂੰ ਗੁਰਮੁਖ ਆਖੋ, ਨਾ ਉਹਨੂੰ ਕੋਈ ਵੀ ਦੇ ਲਓ, ਪਰ ਸੰਸਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਕਤ ਮਹਾਂਪੁਰਸ਼ ਕੋਈ ਨਾ ਕੋਈ ਰਹਿੰਦਾ ਹੈ। ਤੇ ਜਿਹੜੇ ਲੋਕ ਉਸ ਨੂੰ ਪਹਿਚਾਣਦੇ ਨੇ, ਉਸ ਦੀ ਸੰਗਤ ਵਿੱਚ ਚਲੇ ਜਾਂਦੇ ਨੇ, ਉਹਨਾਂ ਦੇ ਸਾਰੇ ਆਤਮਿਕ ਦੁੱਖ ਦੂਰ ਹੋ ਜਾਂਦੇ ਨੇ। ਜਿਹੜੇ ਉਹਨਾਂ ਦੀ ਸੰਗਤ ਵਿੱਚ ਨਹੀਂ ਜਾਂਦੇ ਜਾਂ ਉਹਨਾਂ ਨੂੰ ਪਹਿਚਾਣ ਨਹੀਂ ਪਾਉਂਦੇ, ਉਹ ਵਾਂਝੇ ਰਹਿ ਜਾਂਦੇ ਨੇ। ਅੱਗੇ ਗੁਰੂ ਮਹਾਰਾਜ ਜੀ ਨੇ ਲਿਖਿਆ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਆਪੇ ਮੇਲ ਲਏ ਕਿਰਪਾਲ ਦਾ ਮਤਲਬ ਹੈ, ਕਿਰਪਾਲ ਦਾ ਮਤਲਬ ਹੈ ਜੀ ਕਿਰਪਾ ਜਮਾ ਆਲਿਆ, ਕਿਰਪਾ ਦਾ ਘਰ। ਕਿਰਪਾ ਦਾ ਘਰ ਹੈ ਪ੍ਰਮਾਤਮਾ ਵਾਹਿਗੁਰੂ। ਉਹ ਆਪਣੇ ਸੇਵਕਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਕਿ ਸੇਵਕ ਉਹਦੇ ਉਹ ਹੀ ਬਣਦੇ ਨੇ ਜੀ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ, ਜਿਹੜੇ ਉਹਦੀ ਰਜ਼ਾ ਵਿੱਚ ਚੱਲਦੇ ਨੇ, ਜਿਹੜੇ ਉਹਦਾ ਨਾਮ ਜਪਦੇ ਨੇ, ਉਹਦਾ ਅਦਬ ਰੂਪੀ ਭਾਉ ਆਪਣੇ ਮਨ ਵਿੱਚ ਰੱਖਦੇ ਨੇ। ਇਹੋ ਜਿਹੇ ਸੇਵਕਾਂ ਨੂੰ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ। ਇਹੋ ਜਿਹੇ ਸੇਵਕ ਗੁਰ ਕਾ ਸ਼ਬਦ ਜਪ, ਗੁਰੂ ਦਾ ਦਿੱਤਾ ਹੋਇਆ ਸ਼ਬਦ ਜਪ ਕੇ ਭਏ ਨਿਹਾਲ, ਉਹ ਪੂਰਨ ਖਿੜਾਓ ਵਾਲੀ ਅਵਸਥਾ ਵਿੱਚ ਚਲੇ ਜਾਂਦੇ ਨੇ। ਸੋ ਇੱਥੇ ਜਿਹੜਾ ਸ਼ਬਦ ਹੈ ਇਹਦਾ ਮਤਲਬ, ਇੱਥੇ ਇਸ ਸ਼ਬਦ ਦਾ ਮਤਲਬ ਜਿਹੜਾ ਗੁਰੂ ਨੇ ਮੰਤਰ ਸਾਨੂੰ ਜਪਣ ਲਈ ਦਿੱਤਾ ਹੈ, ਇਸ ਸ਼ਬਦ ਦਾ ਉਹ ਮਤਲਬ ਹੈ, ਕਿਉਂਕਿ ਇਹਦੇ ਨਾਲ ਨਾ ਸ਼ਬਦ ਜਪ ਆ ਗਿਆ ਹੈ। ਸੋ ਜਦੋਂ ਸ਼ਬਦ ਜਪ ਆਏਗਾ ਉਦੋਂ ਇਹਦਾ ਮਤਲਬ ਹੋਏਗਾ ਗੁਰੂ ਦਾ ਦਿੱਤਾ ਹੋਇਆ ਮੰਤਰ। ਕਈ ਥਾਈਂ ਕੱਲਾ ਸ਼ਬਦ ਗੁਰੂ ਦੀ ਸਿੱਖਿਆ ਵੀ ਹੁੰਦਾ ਹੈ, ਗੁਰੂ ਦਾ ਉਪਦੇਸ਼ ਵੀ ਹੁੰਦਾ ਹੈ। ਸੋ ਇਸ ਜਗ੍ਹਾ ਤੇ ਨਾਲ ਜਪ ਹੋਣ ਕਰਕੇ ਇਹਦਾ ਮਤਲਬ ਹੈ ਗੁਰੂ ਦਾ ਦਿੱਤਾ ਹੋਇਆ ਮੰਤਰ ਜਿਸ ਨੂੰ ਜਪਣਾ ਹੈ ਬਾਰ-ਬਾਰ। ਤੇ ਸਿੱਖੀ ਵਿੱਚ ਜਿਹੜਾ ਮੰਤਰ ਹੈ ਉਹ ਹੈ ਵਾਹਿਗੁਰੂ। ਇਸ ਨੂੰ ਵਾਹਿਗੁਰੂ ਵੀ ਆਖਦੇ ਨੇ, ਵਾਹਿਗੁਰੂ ਵੀ ਆਖਦੇ ਨੇ। ਔਰ ਮੇਰਾ ਇਹ ਵਿਚਾਰ ਹੈ ਕਿ ਦੋਨੋਂ ਹੀ ਉਚਾਰਨ ਠੀਕ ਨੇ, ਇਹਨਾਂ ਦੋਵਾਂ 'ਚੋਂ ਕੋਈ ਵੀ ਗਲਤ ਨਹੀਂ। ਜਿਹੜਾ ਵੀ ਜਿਸ ਤਰ੍ਹਾਂ ਵੀ ਉਚਾਰਿਆ ਜਾਏ ਉਸ ਤਰ੍ਹਾਂ ਹੀ ਠੀਕ ਹੈ, ਕਿਉਂਕਿ ਗੁਰਬਾਣੀ ਵਿੱਚੋਂ ਇਹਦੇ ਦੋਵੇਂ ਹੀ ਰੂਪ ਮਿਲਦੇ ਨੇ। ਸੋ ਉਹ ਲੋਕ ਜਿਹੜੇ ਗੁਰੂ ਦਾ ਦਿੱਤਾ ਹੋਇਆ ਮੰਤਰ ਕਮਾਉਂਦੇ ਨੇ, ਭਾਵ ਉਹਦੇ ਨਾਮ ਦਾ ਜਪ ਕਰਦੇ ਨੇ, ਜਿਹੜਾ ਗੁਰੂ ਨੇ ਸ਼ਬਦ ਦਿੱਤਾ ਹੈ ਉਸ ਦਾ ਜਪ। ਸੋ ਗੁਰੂ ਮਹਾਰਾਜ ਨੇ ਲਿਖਿਆ, ਜੋ ਇਹ ਮੰਤਰ ਕਮਾਵੈ ਨਾਨਕ, ਸੋ ਭਉ ਜਲ ਪਾਰ ਉਤਾਰੀ। ਜਿਹੜਾ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਕਮਾਏਗਾ, ਭਾਵ ਉਸ ਨੂੰ ਜਪੇਗਾ, ਔਰ ਸੰਸਾਰ ਦੇ ਅੰਦਰ ਜਿਵੇਂ ਆਪਾਂ ਪਹਿਲਾਂ ਮੈਂ ਬੇਨਤੀ ਕੀਤੀ ਹੈ ਕਿ ਜਦੋਂ ਤੋਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਬਣਾਈ ਹੈ ਉਦੋਂ ਤੋਂ ਲੈ ਕੇ ਹੀ ਕੋਈ ਨਾ ਕੋਈ ਮਹਾਂਪੁਰਸ਼, ਗੁਰੂ, ਜਨ, ਸੰਤ, ਭਗਤ ਇਸ ਸੰਸਾਰ ਵਿੱਚ ਰਹੇ ਨੇ। ਤੇ ਉਹਨਾਂ ਨੇ ਆਪਣੇ ਆਪਣੇ ਅਕੀਦੇ ਮੁਤਾਬਕ ਜਾਂ ਜਿਹੋ ਜਿਹੇ ਵਾਹਿਗੁਰੂ ਜੀ ਦੇ ਗੁਣ ਉਹਨਾਂ ਨੂੰ ਸਮਝ ਵਿੱਚ ਆਏ, ਉਹਨਾਂ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਉਹੋ ਜਿਹੇ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਈਜਾਦ ਕੀਤੇ ਤੇ ਉਹ ਨਾਮ ਉਹਨਾਂ ਨੇ ਆਪਣੀ ਸੰਗਤ ਵਿੱਚ ਆਉਣ ਵਾਲਿਆਂ ਨੂੰ ਜਪਣ ਲਈ ਦਿੱਤੇ। ਜਿਵੇਂ ਵਾਹਿਗੁਰੂ ਸ਼ਬਦ ਸਾਨੂੰ ਸਿੱਖ ਸਮਾਜ ਨੂੰ ਜਪਣ ਲਈ ਮਿਲਿਆ ਹੋਇਆ।
ਸੋ ਉਸ ਸ਼ਬਦ ਨੂੰ ਜਪ ਜਪ ਕੇ ਭਏ ਨਿਹਾਲ। ਨਿਹਾਲ ਹੋਣ ਦਾ ਮਤਲਬ ਹੁੰਦਾ, ਇੱਕ ਹੁੰਦਾ ਜੀ ਅਸੀਂ ਨਾ ਕਈ ਵਾਰੀ ਵਾਹਿਗੁਰੂ ਜੀ ਦੇ ਦਰ ਤੋਂ ਜਾ ਕੇ ਕੁਛ ਮੰਗਦੇ ਹਾਂ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜੋ ਅਸੀਂ ਵਾਹਿਗੁਰੂ ਜੀ ਦੇ ਦਰ ਤੋਂ ਮੰਗਿਆ ਉਹ ਸਾਨੂੰ ਮਿਲ ਜਾਂਦਾ ਹੈ। ਜਦੋਂ ਉਹ ਸਾਡੀ ਮੰਗੀ ਹੋਈ ਮੰਗ ਪੂਰੀ ਹੋ ਜਾਏ, ਉਸ ਵਕਤ ਸਾਡੇ ਅੰਦਰ ਇੱਕ ਅਜੀਬ ਕਿਸਮ ਦਾ ਖੇੜਾ, ਖੁਸ਼ੀ, ਆਨੰਦ ਅਸੀਂ ਮਹਿਸੂਸ ਕਰਦੇ ਹਾਂ। ਉਸ ਖੁਸ਼ੀ ਨੂੰ, ਉਸ ਆਨੰਦ ਨੂੰ ਜੋ ਸਾਡੀ ਕਾਮਨਾ ਪੂਰੀ ਹੋਣ ਤੇ ਸਾਨੂੰ ਮਿਲਦਾ, ਉਸ ਨੂੰ ਨਿਹਾਲ ਹੋਣਾ ਆਖਦੇ ਨੇ। ਸੋ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਹੀ ਹੋਇਆ ਹੈ ਕਿ ਹਰ ਜਪ ਭਈ ਨਿਹਾਲ, ਨਿਹਾਲ, ਨਿਹਾਲ। ਵਾਹਿਗੁਰੂ ਜੀ ਨੂੰ ਜਪ ਕੇ ਹੀ ਕੋਈ ਨਿਹਾਲ ਹੋ ਸਕਦਾ ਹੈ। ਕਿਸੇ ਮਨੁੱਖ ਦੀਆਂ ਸਾਰੀਆਂ ਕਾਮਨਾਵਾਂ ਵਾਹਿਗੁਰੂ ਜੀ ਨੂੰ ਜਪ ਕੇ ਹੀ ਪੂਰੀਆਂ ਹੋ ਸਕਦੀਆਂ ਨੇ। ਸੋ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਨਾ ਸਭ ਤੋਂ ਵਧੇਰੇ ਬਾਕੀ ਸਾਰੀਆਂ ਚੀਜ਼ਾਂ ਛੱਡ ਕੇ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਿਆ ਕਰੀਏ, ਉਹਦੇ ਨਾਮ ਦਾ ਸਿਮਰਨ ਕਰਿਆ ਕਰੀਏ। ਉਹ ਵਾਹਿਗੁਰੂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਦੇ ਸਮਰੱਥ ਹੈ। ਗੁਰਬਾਣੀ ਵਿੱਚ ਗੁਰੂ ਮਹਾਰਾਜ ਨੇ ਲਿਖਿਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸੋ ਜਦੋਂ ਅਸੀਂ ਉਸ ਵਾਹਿਗੁਰੂ ਜੀ ਨੂੰ ਜਪਦੇ ਹਾਂ, ਉਹ ਸਾਡੀਆਂ ਸਾਰੀਆਂ ਇੱਛਾਵਾਂ, ਸਾਡੀਆਂ ਸਭ ਕਾਮਨਾਵਾਂ, ਸਾਡੀਆਂ ਸਭ ਮੰਗਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ। ਤੇ ਜਦੋਂ ਕਿਸੇ ਵਿਅਕਤੀ ਦੀਆਂ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ, ਉਦੋਂ ਉਹ ਨਿਹਾਲ ਹੋ ਜਾਂਦਾ ਹੈ। ਸੋ ਆਪਾਂ ਵੀ ਨਿਹਾਲ ਹੋ ਜਾਵਾਂਗੇ ਜੇ ਆਪਾਂ ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ ਜਪਣ ਲੱਗ ਪਏ, ਉਸ ਨੂੰ ਸਿਮਰਨ ਲੱਗ ਪਏ। ਅੱਗੇ ਗੁਰੂ ਮਹਾਰਾਜ ਆਖਦੇ ਨੇ, ਉਨ ਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰਹਿ ਵੱਡ ਭਾਗੈ। ਉਹ ਵੱਡਿਆਂ ਭਾਗਾਂ ਵਾਲਾ ਮਨੁੱਖ ਜਿਸ ਦੇ ਉੱਤੇ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਉਹ ਵੱਡਿਆਂ ਭਾਗਾਂ ਵਾਲਾ ਮਨੁੱਖ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਲੱਗ ਜਾਂਦਾ ਹੈ। ਸੋ ਇੱਥੇ ਗੱਲ ਬੜੀ ਸਮਝਣ ਵਾਲੀ ਹੈ ਜੀ। ਅਸੀਂ ਕਈ ਵਾਰੀ ਨਾ ਜ਼ਿਆਦਾਤਰ ਇਹੀ ਹੋ ਰਿਹਾ ਦੁਨੀਆ ਵਿੱਚ ਕਿ ਅਸੀਂ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਗੁਣੀ ਜਨ ਹੁੰਦੇ ਨੇ, ਉਹਨਾਂ ਉੱਤੇ ਸਾਡਾ ਭਰੋਸਾ ਨਹੀਂ ਬਣਦਾ। ਤੇ ਉਹ ਭਰੋਸਾ ਨਾ ਬਣਨ ਦਾ ਇੱਕ ਕਾਰਨ ਹੈ ਕਿ ਇਸ ਸੰਸਾਰ ਦੇ ਅੰਦਰ ਮਹਾਂਪੁਰਸ਼ਾਂ ਦੇ ਭੇਸ ਵਿੱਚ ਪਖੰਡੀ ਲੋਕ ਬਹੁਤੇ ਆ ਗਏ ਨੇ, ਜਿਸ ਕਾਰਨ ਚੰਗੇ ਭਲੇ ਬੰਦੇ ਉੱਤੇ ਵੀ ਸਾਡਾ ਫਿਰ ਵਿਸ਼ਵਾਸ ਨਹੀਂ ਬਣਦਾ ਵੀ ਪਤਾ ਨਹੀਂ ਇਹ ਵੀ ਉਹੋ ਜਿਹਾ ਹੀ ਹੋਣਾ ਹੈ। ਇਹ ਕਾਰਨ ਹੈ। ਲੇਕਿਨ ਜਿਸ ਕਿਸੇ ਵਿਅਕਤੀ ਦੇ ਉੱਤੇ, ਵੱਡਿਆਂ ਭਾਗਾਂ ਵਾਲੇ ਮਨੁੱਖ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਮਿਹਰ ਕਰ ਦਿੰਦੇ ਨੇ, ਉਸ ਨੂੰ ਸੋਝੀ ਪਾ ਦਿੰਦੇ ਨੇ, ਤੇ ਉਹ ਫਿਰ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਿਆਣਪ ਧੱਜ ਦਿੱਤੀ ਹੁੰਦੀ ਏ ਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਗਏ ਹੁੰਦੇ ਨੇ। ਸੋ ਗੁਰੂ ਮਹਾਰਾਜ ਨੇ ਲਿਖਿਆ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਉਹੋ ਹੀ ਸੰਸਾਰ ਵਿੱਚ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਵਾਹਿਗੁਰੂ ਜੀ ਦਾ ਨਾਮ ਸਦਾ ਹੀ ਜਪਦੇ ਰਹਿੰਦੇ ਨੇ, ਉਸ ਨੂੰ ਕਦੇ ਵਿਸਾਰਦੇ ਨਹੀਂ, ਉਸ ਨੂੰ ਕਦੇ ਭੁਲਾਉਂਦੇ ਨਹੀਂ। ਸੋ ਆਪਾਂ ਵੱਡਿਆਂ ਭਾਗਾਂ ਵਾਲੇ ਕਿਵੇਂ ਬਣ ਸਕਦੇ ਹਾਂ? ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਕੇ। ਜਿਵੇਂ ਜਿਵੇਂ ਆਪਾਂ ਜਪ ਕਰਾਂਗੇ, ਤਿਵੇਂ ਤਿਵੇਂ ਪਰਮਾਤਮਾ ਦੀ ਸਾਨੂੰ ਨੇੜਤਾ ਪ੍ਰਾਪਤ ਹੋਏਗੀ। ਜਿਵੇਂ ਜਿਵੇਂ ਨੇੜਤਾ ਪ੍ਰਾਪਤ ਹੋਏਗੀ, ਤਿਵੇਂ ਤਿਵੇਂ ਸਾਡੇ ਉੱਤੇ
ਉਸ ਦੀ ਰਹਿਮਤ ਜਾਂ ਕਿਰਪਾ ਹੋਏਗੀ। ਫਿਰ ਅਸੀਂ ਵੀ ਉਹਨਾਂ ਗੁਰਮੁਖਾਂ ਦੀ ਸੇਵਾ ਵਿੱਚ ਲੱਗ ਜਾਵਾਂਗੇ ਜਿਨ੍ਹਾਂ ਗੁਰਮੁਖਾਂ ਨੇ ਆਪਣਾ ਆਪਾ ਤਿਆਗ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਹੈ। ਸੋ ਇਹ ਬੰਦ ਨੰਬਰ 7 ਦੀਆਂ ਆਖੀਰਲੀਆਂ 2 ਪੰਕਤੀਆਂ ਨੇ ਜੀ। ਇਹਨਾਂ ਵਿੱਚ ਗੁਰੂ ਜੀ ਆਖਦੇ ਨੇ, ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ। ਨਾਮ ਜਪਤ ਪਾਵਹਿ ਬਿਸਰਾਮ। ਬਿਸਰਾਮ ਦਾ ਮਤਲਬ ਹੁੰਦਾ ਹੈ ਜੀ ਟਿਕਾਣਾ, ਜਿੱਥੇ ਅਸੀਂ ਟਿਕ ਜਾਂਦੇ ਹਾਂ, ਜਿੱਥੇ ਅਸੀਂ ਕਿਸੇ ਵਿਸ਼ਰਾਮ ਵਾਲੀ ਅਵਸਥਾ ਵਿੱਚ ਚਲੇ ਜਾਂਦੇ ਹਾਂ, ਉਸ ਨੂੰ ਬਿਸਰਾਮ ਆਖਦੇ ਨੇ। ਉਹ ਟਿਕਾਣਾ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਜਪ ਕੇ ਉਹ ਲੋਕ ਪਾ ਲੈਂਦੇ ਨੇ। ਤੇ ਉਹਨਾਂ ਪੁਰਸ਼ਾਂ ਦੇ ਬਾਰੇ ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ। ਉਹਨਾਂ ਪੁਰਸ਼ਾਂ ਨੂੰ, ਉਹਨਾਂ ਵਿਅਕਤੀਆਂ ਨੂੰ, ਇੱਥੇ ਪੁਰਖ ਦਾ ਅਰਥ ਜੀ ਵਿਅਕਤੀ ਹੈ, ਉਹਨਾਂ ਵਿਅਕਤੀਆਂ ਨੂੰ, ਚਾਹੇ ਉਹ ਔਰਤ ਦੇ ਰੂਪ ਵਿੱਚ ਨੇ, ਚਾਹੇ ਉਹ ਮਰਦ ਦੇ ਰੂਪ ਵਿੱਚ ਨੇ, ਤਿੰਨ ਪੁਰਖ ਕੋ ਉੱਤਮ ਕਰਮਾਨ। ਉਹਨਾਂ ਨੂੰ ਭਾਈ ਸ੍ਰੇਸ਼ਟ ਕਰਕੇ ਸਮਝੋ, ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਜਿਨ੍ਹਾਂ ਨੇ ਆਪਣੀ ਇੱਕ ਟਿਕਾ ਵਾਲੀ ਅਵਸਥਾ ਪ੍ਰਾਪਤ ਕਰ ਲਈ ਹੈ, ਜਿਸ ਅਵਸਥਾ ਵਿੱਚ ਜਾ ਕੇ ਜਨਮ ਤੇ ਮਰਨ ਮੁੱਕ ਜਾਂਦਾ ਹੈ। ਉਹ ਅਵਸਥਾ ਜਿਸ ਅਵਸਥਾ ਵਿੱਚ ਪਹੁੰਚ ਕੇ ਫਿਰ ਮਨ ਕਦੇ ਡਾਵਾਂ ਡੋਲ ਵਾਲੀ ਹਾਲਤ ਵਿੱਚ ਨਹੀਂ ਜਾਂਦਾ। ਉਹ ਅਵਸਥਾ ਜਿਨ੍ਹਾਂ ਪੁਰਸ਼ਾਂ ਨੇ ਪ੍ਰਾਪਤ ਕਰ ਲਈ ਏ, ਗੁਰੂ ਜੀ ਆਖਦੇ ਨੇ ਭਾਈ ਉਹਨਾਂ ਨੂੰ ਸ੍ਰੇਸ਼ਟ ਕਰਕੇ, ਮਾਨ ਦਾ ਮਤਲਬ ਹੈ ਮੰਨੋ, ਜਾਣੋ, ਮੰਨ ਲਵੋ। ਸੋ ਅਸੀਂ ਜਿਹੜਾ ਹੁੰਦਾ ਨਾ ਜੀ ਵਿਸ਼ੇਸ਼ਣ ਉਹਦੀਆਂ 3 ਡਿਗਰੀਜ਼ ਹੁੰਦੀਆਂ ਨੇ। ਜਿਵੇਂ ਤੁਸੀਂ ਇੰਗਲਿਸ਼ ਵਾਲੇ ਗੁੱਡ, ਬੈਟਰ ਤੇ ਬੈਸਟ ਕਹਿੰਦੇ ਹੋ, ਅਸੀਂ ਪੰਜਾਬੀ ਵਾਲੇ ਉਹਨੂੰ ਕਹਿੰਦੇ ਹੁੰਦੇ ਆ ਉੱਤਮ, ਮੱਧਮ ਤੇ ਕਨਿਸ਼ਟ, ਯਾਨੀ ਜਿਹੜਾ ਸਭ ਤੋਂ ਨੀਵੇਂ ਦਰਜੇ ਦਾ ਹੁੰਦਾ, ਜਿਸ ਨੂੰ ਨੀਚ ਆਖ ਸਕਦੇ ਆ। ਇਹ 3 ਅਵਸਥਾਵਾਂ ਮਨੁੱਖ ਦੀਆਂ ਹੁੰਦੀਆਂ ਨੇ। ਜਦੋਂ ਮਾੜੇ ਕਰਮ ਕਰਦਾ ਤੇ ਉਹਨੂੰ ਅਸੀਂ, ਭਾਵੇਂ ਉਹ ਕਿੰਨੀ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਆਮ ਲੋਕ ਆਂਦੇ ਨੇ ਉਸ ਨੂੰ ਕਿ ਇਹ ਤੇ ਨੀਚਾਂ ਵਾਲੇ ਕੰਮ ਕਰਦਾ ਹੈ। ਇਹਦਾ ਮਤਲਬ ਹੈ ਕਿ ਲੋਕ ਉਸ ਨੂੰ ਨੀਚ ਮੰਨਦੇ ਨੇ, ਮਨੁੱਖ ਨੂੰ ਨਹੀਂ, ਉਹਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ, ਉਹਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਉਹਨੂੰ ਨੀਚ ਆਖਿਆ ਜਾ ਸਕਦਾ ਹੈ। ਤੇ ਜਦੋਂ ਕੋਈ ਬੜੇ ਸ੍ਰੇਸ਼ਟ ਕਰਮ ਕਰਦਾ ਹੈ, ਉਹ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਦਾ ਹੈ, ਉਹ ਸੇਵਾ ਕਰਦਾ ਹੈ, ਉਹ ਮਨੁੱਖਤਾ ਦੇ ਭਲੇ ਲਈ ਸੋਚਦਾ ਹੈ, ਉਹਦੇ ਵਿੱਚ ਚੰਗੇ ਗੁਣ ਨੇ, ਜਿਨ੍ਹਾਂ ਦੇ ਨਾਲ ਉਹ ਬੈਠਦਾ ਹੈ ਉਹਨਾਂ ਨੂੰ ਉਹ ਚੰਗੀ ਮੱਤ ਦਿੰਦਾ ਹੈ, ਉਹਨਾਂ ਦੇ ਨਾਲ ਉਹ ਆਪਣੇ ਗੁਣਾਂ ਦੀ ਸਾਂਝ ਪਾਉਂਦਾ ਹੈ, ਤੇ ਉਹਦੀ ਸੰਗਤ ਵਿੱਚ ਆ ਕੇ ਹੋਰ ਲੋਕ ਵੀ ਚੰਗੇ ਬਣ ਜਾਂਦੇ ਨੇ। ਸੋ ਉਹਨਾਂ ਨੂੰ ਆਪਾਂ ਪੰਜਾਬੀ ਬੋਲੀ ਵਿੱਚ ਉੱਤਮ ਆਖਦੇ ਹਾਂ। ਤੇ ਇਹਨਾਂ ਦੇ ਵਿਚਕਾਰ ਇੱਕ ਅਵਸਥਾ ਹੁੰਦੀ, ਉਹ ਨਾ ਉਹ ਨੀਚ ਹੁੰਦੇ ਨੇ ਨਾ ਉੱਤਮ ਹੁੰਦੇ ਨੇ, ਉਹਨਾਂ ਨੂੰ ਮੱਧਮ ਆਖੀਦਾ, ਵਿਚਕਾਰਲੇ ਦਰਜੇ ਦੇ ਲੋਕ। ਉਹ ਨਾ ਤੇ ਇਸ ਯੋਗ ਹੁੰਦੇ ਨੇ ਕਿ ਉਹ ਬਹੁਤ ਕੁਝ ਚੰਗਾ ਕਰ ਰਹੇ ਨੇ, ਕਿ ਉਹ ਲੋਕ ਭਲਾਈ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਬਣ ਗਿਆ ਹੈ, ਉਹ ਵੀ ਨਹੀਂ, ਲੇਕਿਨ ਉਹ ਕੁਛ ਮਾੜਾ ਵੀ ਨਹੀਂ ਕਰ ਰਹੇ। ਉਸ ਕੈਟਾਗਰੀ 'ਚ ਅਸੀਂ ਸਾਰੇ ਗ੍ਰਸਤੀ ਲੋਕ ਆ ਜਾਂਦੇ ਹਾਂ। ਬਹੁ ਗਿਣਤੀ ਸਾਡੀ। ਇਹਦਾ ਮਤਲਬ ਇਹ ਨਹੀਂ ਕਿ ਗ੍ਰਸਤੀ ਕਿਤੇ ਮਾੜੇ ਨਹੀਂ ਕੰਮ ਕਰਦੇ ਜਾਂ ਚੰਗੇ ਨਹੀਂ ਕਰਦੇ। ਸਾਡੀ ਬਹੁ ਗਿਣਤੀ ਮਨੁੱਖਤਾ ਦੀ ਨਾ ਇਹੋ ਜਿਹੀ ਹੁੰਦੀ, ਅਸੀਂ ਵਿਚਕਾਰਲੀ ਜੀ ਅਵਸਥਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਾਂ। ਨਾ ਅਸੀਂ ਮਾੜਾ ਕਰਦੇ ਹਾਂ, ਕਿਉਂਕਿ ਸਾਡੇ ਨਾ ਮਨ ਵਿੱਚ ਇੱਕ ਖੌਫ ਹੁੰਦਾ, ਇੱਕ ਡਰ ਹੁੰਦਾ ਹੈ ਕਿ ਮੈਂ ਬੱਚਿਆਂ ਵਾਲਾ ਹਾਂ, ਮੈਂ ਗ੍ਰਸਤੀ ਹਾਂ, ਜੇ ਮੈਂ ਮਾੜਾ ਕਰਮ ਕੀਤਾ ਤਾਂ ਕਿਤੇ ਉਹਦਾ ਫਲ ਮੇਰੇ ਬੱਚਿਆਂ ਨੂੰ ਨਾ ਭੁਗਤਣਾ ਪਵੇ, ਹੈ ਨਾ। ਸਾਡੇ ਮਨ 'ਚ ਡਰ ਹੁੰਦਾ, ਅਸੀਂ ਉਸ ਕਰਕੇ ਮਾੜੇ ਕੰਮ ਨਹੀਂ ਕਰਦੇ। ਤੇ ਬਹੁਤ ਵਧੀਆ ਲੋਕ ਭਲਾਈ ਦੇ ਕੰਮ ਅਸੀਂ ਇਸ ਲਈ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਅਸੀਂ ਨਾ ਆਪਣੇ ਪਰਿਵਾਰ ਦੀ ਪਰਵਰਿਸ਼ ਵਿੱਚ ਲੱਗੇ ਰਹਿੰਦੇ ਹਾਂ, ਉਹਨਾਂ ਦੀ ਸੇਵਾ ਸੰਭਾਲ। ਉਹੋ ਜਿਹੜੇ ਸਾਡੇ 2-4 ਬੱਚੇ ਹੁੰਦੇ ਨੇ, ਉਹਨਾਂ ਨੂੰ ਪੜ੍ਹਾ ਲਿਖਾ ਲਈਏ, ਉਹਨਾਂ ਨੂੰ ਪੈਰਾਂ 'ਤੇ ਖੜੇ ਕਰ ਦਈਏ, ਉਹਨਾਂ ਦੇ ਵਿਆਹ ਆਦਿ ਕਰ ਦਈਏ, ਉਹਨਾਂ ਨੂੰ ਘਰ ਬਣਾ ਕੇ ਦੇ ਦਈਏ। ਸੋ ਇਸ ਲਈ ਸਾਨੂੰ ਨਾ ਵਿਚਕਾਰਲੇ ਦਰਜੇ ਦੇ ਵਿੱਚ ਰੱਖਿਆ ਜਾਂਦਾ ਹੈ ਬਹੁ ਗਿਣਤੀ ਗ੍ਰਸਤੀ ਲੋਕਾਂ।
ਸੋ ਥੋੜ੍ਹੇ ਜਿਹੇ ਲੋਕ ਹੁੰਦੇ ਨੇ ਗ੍ਰਸਤੀ, ਜਿਹੜੇ ਗ੍ਰਸਤ ਤੋਂ ਉੱਚੇ ਉੱਠ ਜਾਂਦੇ ਨੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਕੇ, ਜਿਵੇਂ ਗੁਰੂ ਨਾਨਕ ਸਾਹਿਬ, ਜਿਵੇਂ ਭਗਤ ਕਬੀਰ ਸਾਹਿਬ, ਜਿਵੇਂ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, 10 ਗੁਰੂ ਸਾਹਿਬਾਨ, ਉਹਨਾਂ ਦੇ ਹੋਰ ਸੰਗੀ ਸਾਥੀ ਗੁਰਸਿੱਖ, ਉਹ ਉੱਤਮ ਦਰਜੇ ਦੇ ਅਖਵਾਉਂਦੇ ਨੇ। ਤੇ ਕੁਛ ਮਾੜੇ ਦਰਜੇ ਦੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਮਨੁੱਖਤਾ ਨੂੰ ਹਾਨੀ ਪਹੁੰਚਾਉਂਦੇ ਨੇ। ਜਿਸ ਤਰ੍ਹਾਂ ਹੁਣ ਉਹ ਭਾਈ ਰਸ਼ੀਆ ਵਾਲਾ, ਉਹ ਮਨੁੱਖਤਾ ਨੂੰ ਬਹੁਤ ਵੱਡੀ ਹਾਨੀ ਪਹੁੰਚਾ ਰਿਹਾ ਹੈ। ਇਹੋ ਜਿਹੇ ਲੋਕ, ਜਿਵੇਂ ਦਾ ਉਹ ਹਰਨਾਕਸ਼ ਸੀ, ਔਰੰਗਜ਼ੇਬ ਸੀ, ਜਹਾਂਗੀਰ ਸੀ, ਹਿਟਲਰ ਸੀ, ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਗਿਣੇ ਜਾ ਸਕਦੇ। ਇਹਨਾਂ ਨੂੰ ਨੀਵੇਂ ਪੱਧਰ ਦੇ ਲੋਕ ਮੰਨਿਆ ਜਾਂਦਾ, ਜਿਹੜੇ ਮਾਨਵਤਾ ਦਾ ਘਾਣ ਕਰਦੇ ਨੇ, ਮਨੁੱਖਤਾ ਨੂੰ ਦੁੱਖ ਪਹੁੰਚਾਉਂਦੇ ਨੇ। ਸੋ ਗੁਰੂ ਸਾਹਿਬ ਜੀ ਨੇ ਨਾ ਇਹ ਇੱਕ ਬੜਾ ਸੋਹਣਾ ਬਚਨ, ਸਾਰੇ ਹੀ ਬਚਨ ਉਹਨਾਂ ਦੇ ਬੜੇ ਹੀ ਸੋਹਣੇ ਨੇ। ਪਹਿਲੇ ਪਾਤਸ਼ਾਹ ਇਸ ਤਰ੍ਹਾਂ ਲਿਖਦੇ ਨੇ, ਐ ਜੀ, ਐ ਮੇਰੇ ਸੱਜਣੋ, ਐ ਜੀ, ਨਾ ਹਮ ਉੱਤਮ ਨੀਚ ਨਾ ਮੱਧਮ। ਅਸੀਂ ਇਸ ਕਿਸੇ ਕੈਟਾਗਰੀ ਵਿੱਚੋਂ ਵੀ ਨਹੀਂ ਆ, ਤੇ ਫਿਰ ਤੁਸੀਂ ਕੀ ਹੋ? ਉਹ ਆਂਦੇ ਨੇ, ਹਰ ਸ਼ਰਨਾਗਤ ਹਰ ਕੇ ਲੋਕ। ਅਸੀਂ ਤੇ ਰੱਬ ਦੇ ਬੰਦੇ ਆ ਤੇ ਰੱਬ ਦੀ ਸ਼ਰਨ ਵਿੱਚ ਰਹਿਣ ਵਾਲੇ ਆ। ਨਾ ਅਸੀਂ ਕੋਈ ਬਹੁਤ ਚੰਗਾ ਕਰ ਸਕੇ ਆ, ਨਾ ਅਸੀਂ ਕਿਸੇ ਦਾ ਕੁਝ ਮਾੜਾ ਕੀਤਾ ਹੈ। ਅਸੀਂ ਤੇ ਜੀ, ਐ ਜੀ, ਅਸੀਂ ਤੇ ਰੱਬ ਦੇ ਬੰਦੇ ਆ। ਕਿ ਕਿੰਨੇ ਸੋਹਣੇ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵੀ ਨਾ ਜੀ ਸ਼ਬਦ ਬੜਾ ਆਉਂਦਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦਾਂ ਵਿੱਚ ਵੀ ਜੀ ਸ਼ਬਦ ਬਹੁਤ ਆਉਂਦਾ ਹੈ। ਸੋ ਇਸ ਤਰ੍ਹਾਂ ਕਈ ਵਾਰੀ ਲੱਗਦਾ ਹੈ ਕਿ ਉਹ ਸਾਨੂੰ ਸਭ ਜੀਵਾਂ ਨੂੰ ਕਿੰਨਾ ਪਿਆਰ ਤੇ ਸਤਿਕਾਰ ਦਿੰਦੇ ਸਨ, ਕਿਵੇਂ ਸਾਨੂੰ ਥਾਂ ਥਾਂ ਤੇ ਜੀ ਜੀ ਆਖ ਕੇ ਲਿਖਦੇ ਨੇ। ਜੇ ਚੌਥੇ ਪਾਤਸ਼ਾਹ ਦਾ ਸ਼ਬਦ ਜਿਹੜਾ ਪੜ੍ਹਦੇ ਆਪਾਂ ਰਹਿ ਰਾਸ ਵਿੱਚ, ਉਹਦੇ ਤੇ ਥਾਂ ਥਾਂ ਤੇ ਜੀ ਸ਼ਬਦ ਲਿਖਿਆ ਹੋਇਆ। ਸੋ ਚਲੋ ਆਪਾਂ ਨਾ ਜੀ ਉੱਤਮ ਬਣਨ ਦੀ ਕੋਸ਼ਿਸ਼ ਕਰਨੀ ਹੈ, ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਹੈ। ਮੱਧਮ ਤੇ ਆਪਾਂ ਹਾਂ ਹੀ, ਤੇ ਨੀਚ ਤੇ ਕਦੀ ਵੀ ਨਹੀਂ ਬਣਨਾ, ਸੋਚਣਾ ਵੀ ਨਹੀਂ ਉਹਦੇ ਬਾਰੇ। ਲੇਕਿਨ ਉੱਤਮ ਬਣਨ ਲਈ ਜ਼ਰੂਰ ਸੋਚਣਾ ਹੈ, ਯਤਨ ਵੀ ਕਰਨਾ ਹੈ, ਕੋਸ਼ਿਸ਼ ਵੀ ਕਰਨੀ ਹੈ। ਭਾਵੇਂ ਮੇਰੇ ਵਿੱਚ ਲੱਖਾਂ ਗੁਨਾਹ ਔਗਣ ਹੋਣ, ਐਬ ਹੋਣ, ਵਿਕਾਰ ਹੋਣ, ਪਰ ਜੇ ਮੈਨੂੰ ਰੱਬ ਨੇ ਇਨਸਾਨ ਬਣਾਇਆ ਤੇ ਮੇਰਾ ਇੱਕ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਗੁਨਾਹਾਂ ਨੂੰ ਛੱਡ ਕੇ ਹੁਣ ਉੱਤਮ ਬਣਨ ਦੀ ਕੋਸ਼ਿਸ਼ ਕਰਦਾ ਰਹਾ। ਬਣਾਵੇਂਗਾ ਤੇ ਵਾਹਿਗੁਰੂ, ਆਪਣੇ ਆਪ ਤੇ ਨਹੀਂ ਬਣਿਆ ਜਾਣਾ। ਲੇਕਿਨ ਕੋਸ਼ਿਸ਼ ਕਰਨਾ, ਇਹੀ ਹੈ ਫਰੀ ਵਿਲ। ਮਾੜੇ ਕਰਮ ਕਰਨੇ ਤੇ ਆਖਣਾ ਇਹ ਫਰੀ ਵਿਲ ਵਰਤਦਾ ਪਿਆ, ਉਹ ਸੱਚੀ ਮੁੱਚੀ ਗੁਨਾਹ ਹੈ। ਅਸੀਂ ਫਰੀ ਵਿਲ ਵਰਤਣੀ ਹੈ ਚੰਗਿਆਂ ਕਰਮਾਂ ਲਈ, ਉੱਤਮ ਬਣਨ ਲਈ, ਭਲੇ ਇਨਸਾਨ ਬਣਨ ਲਈ, ਲੋਕ ਭਲਾਈ ਦੇ ਕੰਮ ਕਰਨ ਲਈ। ਸੋ ਜੀ ਇਹ 7ਵੇਂ ਬੰਦ ਵਿੱਚ ਸਾਨੂੰ ਗੁਰੂ ਜੀ ਨੇ ਆਹ ਹੀ ਗੱਲ ਸਮਝਾਈ ਹੈ ਵੀ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਆਪਣੀਆਂ ਸਿਆਣਪਾਂ ਛੱਡ ਦਿਓ ਤੇ ਉੱਤਮ ਬਣਨ ਦੀ ਕੋਸ਼ਿਸ਼ ਕਰੋ, ਚੰਗੇ ਬਣਨ ਦੀ ਕੋਸ਼ਿਸ਼ ਕਰੋ। ਤੇ ਚੰਗੇ ਬਣਿਆ ਜਾਣਾ ਹੈ ਚੰਗਿਆਂ ਦੀ ਸੰਗਤ ਵਿੱਚ ਆ ਕੇ, ਤੇ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਕੇ। ਬੰਦ ਨੰਬਰ 8 ਸ਼ੁਰੂ ਕਰਦੇ ਹਾਂ। ਗੁਰੂ ਮਹਾਰਾਜ ਆਖਦੇ ਨੇ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਜਿਨ੍ਹੇ ਆਪਣੀਆਂ ਸਿਆਣਪਾਂ ਛੱਡ ਦਿੱਤੀਆਂ, ਜਿਨ੍ਹੇ ਆਪਣੇ ਮਨ ਦੀ ਹੁਜਤ ਹੀਲ ਛੱਡ ਦਿੱਤੀ, ਤਿਆਗ ਦਿੱਤੀ, ਨਿਮਰਤਾ ਵਿੱਚ ਆ ਗਿਆ, ਵਾਹਿਗੁਰੂ ਜੀ ਦੇ ਭਾਣੇ ਨੂੰ, ਵਾਹਿਗੁਰੂ ਜੀ ਦੀ ਰਜ਼ਾ ਨੂੰ ਸੱਤ ਕਰਕੇ ਮੰਨ ਲਿਆ। ਇੱਥੇ ਹੁਣ ਉਹਦੀ ਗੱਲ ਪਏ ਕਰਦੇ ਨੇ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਇਹੋ ਜਿਹਾ ਵਿਅਕਤੀ ਜੋ ਕੁਛ ਵੀ ਕਰਦਾ ਹੈ ਉਹ ਸੰਸਾਰ ਦੇ ਅੰਦਰ, ਉਹ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਕਰਦਾ ਹੈ। ਤੇ ਆਪਾਂ ਇਹ ਸਮਝ ਲਿਆ ਕਿ ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ ਉਹ ਕੁਛ ਮਾੜਾ ਨਹੀਂ ਕਰਦੇ ਹੁੰਦੇ, ਉਹ ਹਮੇਸ਼ਾ ਚੰਗਾ ਕਰਦੇ ਨੇ। ਜਿਹੜੇ ਰੱਬ ਦੇ ਪਿਆਰੇ ਲੋਕ ਨੇ, ਸੰਤ ਨੇ, ਮਹਾਂਪੁਰਸ਼ ਨੇ, ਜੋ ਕਿਛ ਕਰੈ, ਉਹ ਇਹੋ ਜਿਹਾ ਕੋਈ ਸੰਤ ਮਹਾਂਪੁਰਸ਼ ਜੋ ਕੁਝ ਵੀ ਉਹ ਸੰਸਾਰ ਵਿੱਚ ਕਰਦਾ ਹੈ, ਇੱਕ ਤਾਂ ਉਹ ਚੰਗਾ ਕਰਦਾ ਹੈ, ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਮਨੁੱਖਤਾ ਦੀ ਸੇਵਾ ਕਰਦਾ ਹੈ, ਤੇ ਦੂਸਰਾ ਉਹ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਕਰਦਾ ਹੈ। ਸਦਾ ਸਦਾ ਬਸੈ ਹਰ ਸੰਗ,
ਉਹ ਸਦਾ ਹੀ ਵਾਹਿਗੁਰੂ ਜੀ ਦੀ ਸੰਗਤ ਵਿੱਚ ਰਹਿੰਦਾ, ਭਾਵ ਵਾਹਿਗੁਰੂ ਜੀ ਨੂੰ ਕਦੇ ਵਿਸਾਰਦਾ ਨਹੀਂ। ਉਹਦੀ ਸੰਗਤ ਵਿੱਚ ਰਹਿਣਾ ਜੀ ਇਹੋ ਹੀ ਹੁੰਦਾ ਹੈ, ਉਸ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣਨਾ ਤੇ ਉਸ ਦਾ ਚੇਤਾ ਬਣਾ ਕੇ ਰੱਖਣਾ। ਇਹੋ ਹੀ ਹੁੰਦਾ ਹੈ ਉਹਦੀ ਸੰਗਤ ਵਿੱਚ ਰਹਿਣਾ ਜਾਂ ਉਹਦੀ ਹਜ਼ੂਰੀ ਵਿੱਚ ਰਹਿਣਾ। ਸੋ ਇਹ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੀ ਸੰਸਾਰ ਵਿੱਚ ਜਿਹੜਾ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ, ਉਹਦੀ ਸੰਗਤ ਵਿੱਚ ਹਮੇਸ਼ਾ ਰਹਿੰਦਾ ਹੈ, ਭਾਵ ਉਹਨੂੰ ਕਦੀ ਵਿਸਾਰਦਾ ਨਹੀਂ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਇਹੋ ਜਿਹਾ ਵਿਅਕਤੀ ਜਿਹਦੀ ਆਪਾਂ ਉੱਤੇ ਗੱਲ ਕਰ ਰਹੇ ਹਾਂ, ਜਿਹਨੇ ਸਿਆਣਪਾਂ ਤਿਆਗ ਦਿੱਤੀਆਂ ਨੇ, ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਇਸ ਤਰ੍ਹਾਂ ਸੋਚਦਾ ਹੈ, ਸਹਿਜ ਸੁਭਾਏ ਹੋਵੇ ਸੋ ਹੋਏ, ਵੀ ਜੋ ਕੁਛ ਹੋ ਰਿਹਾ ਇਸ ਬ੍ਰਹਿਮੰਡ ਦੇ ਅੰਦਰ, ਇਸ ਧਰਤੀ ਉੱਤੇ ਜਾਂ ਸਾਡੇ ਆਪਣੇ ਨਾਲ, ਉਹ ਜੋ ਹੋ ਰਿਹਾ ਉਹ ਸਹਿਜ ਸੁਭਾਏ ਹੋ ਰਿਹਾ ਹੈ। ਆਪਾਂ ਕਈ ਵਾਰੀ ਨਾ ਉਹ ਬਚਨ ਗੁਰੂ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਵਿੱਚ ਹੀ ਉਹ ਵੀ ਪੜ੍ਹਦੇ ਹੁੰਦੇ ਹਾਂ ਕਿ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਬਸ ਉਹ ਆਪਣੇ ਪ੍ਰਭੂ ਦਾ ਹੁਕਮ ਪਹਿਚਾਣਦਾ ਹੈ ਤੇ ਉਹ ਇਸ ਤਰ੍ਹਾਂ ਕਹਿੰਦਾ ਕਿ ਜੋ ਹੋ ਰਿਹਾ ਏ ਇਸੇ ਤਰ੍ਹਾਂ ਹੀ ਹੋਣਾ ਸੀ। ਇਹੋ ਹੀ ਵਾਹਿਗੁਰੂ ਜੀ ਦੀ ਰਜ਼ਾ ਏ, ਇਹੋ ਹੀ ਉਹਦਾ ਭਾਣਾ ਏ, ਇਹੋ ਹੀ ਉਹਦਾ ਹੁਕਮ ਏ, ਤੇ ਉਹ ਸਹਿਜ ਸੁਭਾਏ ਉਸ ਨੂੰ ਰੱਬੀ ਹੁਕਮ ਮੰਨ ਕੇ ਅੱਗੇ ਲੰਘ ਜਾਂਦਾ ਹੈ। ਕਰਨੈ ਹਾਰ ਪਛਾਣੈ ਸੋਏ। ਉਹ ਇਹ ਗੱਲ ਨੂੰ ਸਮਝ ਲੈਂਦਾ, ਪਛਾਣੈ ਤੋਂ ਮਤਲਬ ਇਹ ਸਮਝ ਲੈਣਾ। ਉਹ ਪਹਿਚਾਣ ਕਰ ਲੈਂਦਾ ਇਸ ਗੱਲ ਦੀ ਕਿ ਇਹ ਸਭ ਕੁਝ ਇਸ ਸੰਸਾਰ ਵਿੱਚ ਜੋ ਕੁਝ ਹੋ ਰਿਹਾ, ਕਰਨਹਾਰ ਉਹਦਾ ਵਾਹਿਗੁਰੂ ਹੀ ਹੈ, ਕਰਨਹਾਰ ਪਰਮਾਤਮਾ ਹੀ ਹੈ। ਸੋ ਜਦੋਂ ਅਸੀਂ ਇਸ ਤਰ੍ਹਾਂ ਸਮਝ ਲੈਂਦੇ ਹਾਂ ਕਿ ਪਰਮਾਤਮਾ ਹੀ ਕਰਨਹਾਰ ਹੈ, ਉਦੋਂ ਸੱਚੀ ਮੁੱਚੀ ਕਈ ਚੀਜ਼ਾਂ, ਕਈ ਦੁੱਖ ਦਲਿੱਦਰ, ਕਈ ਝਗੜੇ ਝੇੜੇ ਸਾਡੇ ਤੋਂ ਪਰੇ ਹਟ ਜਾਂਦੇ ਨੇ, ਸਹਿਜ ਸੁਭਾਈ ਉਹ ਪਰੇ ਹੋ ਜਾਂਦੇ ਨੇ, ਜਾਂ ਅਸੀਂ ਉਹਨਾਂ ਤੋਂ ਬਚ ਜਾਂਦੇ ਹਾਂ, ਇਸ ਤਰ੍ਹਾਂ ਆਖ ਲਈਏ। ਸੋ ਅਸੀਂ ਜੀ ਇਹ ਕੋਸ਼ਿਸ਼ ਕਰਨੀ ਹੈ ਕਿ ਜੋ ਕੁਛ ਹੋ ਰਿਹਾ ਸਾਡੇ ਜੀਵਨ ਵਿੱਚ, ਸਾਡੇ ਸਮਾਜ ਵਿੱਚ ਜਾਂ ਪਰਿਵਾਰ ਵਿੱਚ ਜਾਂ ਸਾਡੇ ਸੰਸਾਰ ਵਿੱਚ, ਉਹਦਾ ਕਰਨਹਾਰ ਤੇ ਪਰਮਾਤਮਾ ਹੀ ਹੈ, ਇਹਦੇ 'ਤੇ ਕੋਈ ਸ਼ੱਕ ਨਹੀਂ। ਪਰ ਮਨੁੱਖ ਨੂੰ ਉਹਨੇ ਸਮਝ ਜ਼ਰੂਰ ਦਿੱਤੀ ਹੈ ਕਿ ਤੂੰ ਕੁਛ ਚੰਗਾ ਕਰ, ਤੂੰ ਮਨੁੱਖਤਾ ਦਾ ਘਾਣ ਨਾ ਕਰ। ਇਸ ਤਰ੍ਹਾਂ ਪੂਰੇ ਦੇਸ਼ ਨੂੰ ਕਿਵੇਂ ਤਹਿਸ ਨਹਿਸ ਕਰਕੇ ਰੱਖ ਦਿੱਤਾ ਗਿਆ ਹੈ, ਸ਼ਹਿਰਾਂ ਦੇ ਸ਼ਹਿਰ ਤਬਾਹ ਕਰਕੇ ਰੱਖ ਦਿੱਤੇ ਗਏ ਨੇ। ਰੱਬ ਜੀ ਨੇ ਸਾਨੂੰ ਇਹੋ ਜਿਹਾ ਕੁਝ ਕਰਨ ਲਈ ਫਰੀ ਵਿਲ ਨਹੀਂ ਸੀ ਦਿੱਤੀ। ਅਸੀਂ ਆਪਣੀ ਪਾਵਰ ਦਾ ਇਸਤੇਮਾਲ ਗਲਤ ਕਰ ਰਹੇ ਹਾਂ, ਸਾਨੂੰ ਨਹੀਂ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਕਿਹਦੀ ਗਲਤੀ ਹੈ ਕਿਹਦੀ ਨਹੀਂ, ਪਰ ਇਹ ਕਰਮ ਜੋ ਹੋ ਰਿਹਾ ਉਹ ਨਿੰਦਣਯੋਗ ਹੈ, ਉਹ ਨਹੀਂ ਸੀ ਹੋਣਾ ਚਾਹੀਦਾ। ਸੋ ਮਾਲਕ ਜਾਣੇ ਜੀ ਕਰਨਹਾਰ ਉਹ ਆਪ ਹੈ, ਉਹਦੀ ਸ੍ਰਿਸ਼ਟੀ ਹੈ, ਜੋ ਉਹਨੂੰ ਚੰਗਾ ਲੱਗਦਾ ਉਹ ਸਾਨੂੰ ਕਰਨ ਲਈ ਉਹਨੇ ਪਾਵਰ ਦਿੱਤੀ ਹੋਈ ਹੈ, ਤਾਕਤ ਦਿੱਤੀ ਹੋਈ ਹੈ। ਰੱਬ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਵਿਅਕਤੀ ਨੂੰ, ਜਿਨ੍ਹਾਂ ਜਨਾਂ ਨੂੰ, ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਪ੍ਰਭ ਕਾ ਕੀਆ ਮੀਠ ਲਗਾਨਾ, ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਣ ਲੱਗ ਪਿਆ, ਉਹਨਾਂ ਗੁਰਮੁਖਾਂ ਨੇ ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਵਾਹਿਗੁਰੂ ਜੀ ਜਿਹੋ ਜਿਹਾ ਹੈ ਉਹੋ ਜਿਹਾ ਉਹਨਾਂ ਨੇ ਵੇਖ ਲਿਆ। ਭਾਵ ਵਾਹਿਗੁਰੂ ਜੀ ਦੀ ਰਜ਼ਾ ਨੂੰ ਪਹਿਚਾਨ ਲਿਆ, ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਨ ਲਿਆ। ਅਸੀਂ ਲੋਕ ਜਿਹੜੇ ਅਜੇ ਛੋਟੀ ਮੱਤ ਦੇ ਮਾਲਕ ਹਾਂ, ਜਦੋਂ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਕੁਝ ਕੁਦਰਤੀ ਆਫਤਾਂ ਆਉਂਦੀਆਂ ਨੇ ਜਾਂ ਕਿਸੇ ਇੱਕ ਵਿਅਕਤੀ ਦੇ ਕਾਰਨ ਆਉਂਦੀਆਂ ਨੇ ਜਿਹਦੇ 'ਚ ਮਨੁੱਖਤਾ ਦਾ ਵੱਡਾ ਨੁਕਸਾਨ ਹੁੰਦਾ ਹੈ, ਸਾਨੂੰ ਉਹ ਉਸ ਤਰ੍ਹਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੀ ਹੋਣਾ ਸੀ। ਅਸੀਂ ਕਿਤੇ ਨਾ ਕਿਤੇ ਹੀ ਕਹਿੰਦੇ ਹਾਂ ਕਿ ਆ ਨਾ ਹੁੰਦਾ ਤੇ ਚੰਗਾ ਸੀ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਵਾਹਿਗੁਰੂ ਜੀ ਦੀ ਰਜ਼ਾ ਉਹਨਾਂ ਨੂੰ ਮਿੱਠੀ ਲੱਗਣ ਲੱਗ ਪੈਂਦੀ ਏ
ਤੇ ਉਹਨਾਂ ਨੂੰ ਨਾ ਫਿਰ ਵਾਹਿਗੁਰੂ ਜਿਹੋ ਜਿਹਾ ਹੈ, ਜਿਹੋ ਜੀ ਵਾਹਿਗੁਰੂ ਜੀ ਦੀ ਰਜ਼ਾ ਏ, ਜਿਹੋ ਜਿਹਾ ਵਾਹਿਗੁਰੂ ਜੀ ਦਾ ਹੁਕਮ ਏ, ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਉਹ ਦੱਸਣ ਲੱਗ ਪੈਂਦਾ। ਫਿਰ ਉਹ ਸ਼ਾਂਤ ਹੋ ਜਾਂਦੇ ਨੇ, ਫਿਰ ਉਹ ਆਪਣੀ ਜ਼ੁਬਾਨ ਤੋਂ ਕੁਝ ਵੀ ਨਹੀਂ ਬੋਲਦੇ, ਉਹ ਕਿਉਂਕਿ ਉਹਦੀ ਰਜ਼ਾ ਵਿੱਚ ਆ ਜਾਂਦੇ ਨੇ। ਇਹੋ ਜਿਹੇ ਮਨੁੱਖ ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਇਹ ਤੁਸੀਂ ਨਾ ਜੀ ਇਹਨੂੰ ਬਾਰ-ਬਾਰ ਸ਼ਲੋਕ ਨੂੰ ਨਾਲ ਜੋੜਦੇ ਰਹਿਣਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਉਹ ਲੋਕ ਜਿਨ੍ਹਾਂ ਨੇ ਸਿਆਣਪਾਂ ਛੱਡਤੀਆਂ, ਹਰੀ ਵਾਹਿਗੁਰੂ ਜੀ ਨੂੰ ਸਿਮਰਿਆ, ਉਹ ਲੋਕ ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਜਿਸ ਤੋਂ ਪੈਦਾ ਹੁੰਦੇ ਨੇ ਉਹਦੇ ਵਿੱਚ ਹੀ ਉਹ ਸਮਾ ਜਾਂਦੇ ਨੇ ਅਖੀਰ ਨੂੰ। ਉਹ ਇਹ ਸੁਖ ਨਿਧਾਨ ਉਹਨੂੰ ਬਣਾਏ। ਤੇ ਉਸ ਵਾਹਿਗੁਰੂ ਜੀ ਦੇ ਵਿੱਚ ਸਮਾ ਜਾਣ ਦੇ ਨਾਲ ਜਿਉਂਦੇ ਜੀ ਸਮਾਉਣ ਦੀ ਗੱਲ ਹੈ ਜੀ, ਇੱਥੇ ਮਰ ਕੇ ਸਮਾਉਣ ਦੀ ਗੱਲ ਨਹੀਂ ਜੇ, ਜਿਉਂਦੇ ਜੀ। ਉਹ ਜਿਹਦੇ ਤੋਂ ਜਿਸ ਸ਼ਕਤੀ ਤੋਂ ਪੈਦਾ ਹੋਏ ਹੁੰਦੇ ਨੇ ਉਹ ਰੱਬ ਦੇ ਪਿਆਰੇ, ਉਹ ਜਿਉਂਦੇ ਜੀ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਫਿਰ ਉਹਦੇ ਵਿੱਚ ਲੀਨਤਾ ਦਾ ਨਾ ਇੱਕ ਸੁੱਖ ਹੁੰਦਾ ਹੈ, ਉਹ ਇਹ ਸੁੱਖ ਨਿਦਾਨ, ਉਹ ਜਿਹੜਾ ਸੁੱਖਾਂ ਦਾ ਖਜ਼ਾਨਾ ਉਹਨਾਂ ਨੂੰ ਮਿਲਦਾ, ਉਹਨੂੰ ਬਣ ਆਏ। ਫਿਰ ਉਹਨਾਂ ਨੂੰ ਹੀ ਫੱਬਦਾ ਹੈ, ਉਹ ਹੀ ਸਮਝਦੇ ਨੇ ਉਹ ਸੁੱਖਾਂ ਦੇ ਖਜ਼ਾਨੇ ਨੂੰ, ਜਿਸ ਨੂੰ ਉਹਨਾਂ ਨੇ ਪ੍ਰਭੂ ਦੇ ਵਿੱਚ ਲੀਨ ਹੋ ਕੇ ਪ੍ਰਾਪਤ ਕਰ ਲਿਆ ਹੁੰਦਾ ਹੈ। ਅਸੀਂ ਅਜੇ ਉਹ ਸੁੱਖ ਨਾ ਜੀ, ਤੁਸੀਂ ਤੁਹਾਡੇ ਵਿੱਚੋਂ ਤੇ ਕਿਸੇ ਨੇ ਹੋ ਸਕਦਾ ਮਾਣਿਆ ਹੋਵੇ, ਪਰ ਮੈਂ ਨਹੀਂ ਅਜੇ ਮਾਣਿਆ। ਜਿੱਦਣ ਉਹ ਸੁੱਖ ਕਿਸੇ ਭਾਗਾਂ ਵਾਲੇ ਨੂੰ ਮਿਲ ਜਾਂਦਾ ਹੈ, ਉਹ ਦੁਬਾਰਾ ਆਪਣੀ ਜ਼ਿੰਦਗੀ 'ਚ ਉਹਨੂੰ ਦੁਨੀਆ ਦੀ ਕੋਈ ਤਾਕਤ ਫਿਰ ਦੁਖੀ ਨਹੀਂ ਕਰ ਸਕਦੀ। ਉਹ ਇੰਨਾ ਸ਼ਾਂਤ ਹੋ ਜਾਂਦਾ ਹੈ, ਇੰਨਾ ਠਰਮੇ ਵਿੱਚ ਚਲਾ ਜਾਂਦਾ ਹੈ, ਇੰਨਾ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਲੱਗ ਪੈਂਦਾ ਹੈ ਕਿ ਉਹਨੇ ਦੁਨੀਆ ਦੀ ਕੋਈ ਤਾਕਤ ਜਿੰਨਾ ਮਰਜ਼ੀ ਦੁਖੀ ਕਰ ਲਵੇ, ਉਹਨੂੰ ਦੁਖੀ ਨਹੀਂ ਕਰ ਸਕਦੀ। ਜਿਵੇਂ ਅਸੀਂ ਵੇਖਦੇ ਹਾਂ, ਜੇਠ ਹਾੜ ਦੀ ਗਰਮੀ, ਤਪਦੀ ਹੋਈ ਲੋਹ, ਉਹਦੇ ਥੱਲੇ ਬਲਦਾ ਹੋਇਆ ਅੱਗ ਦਾ ਭਾਂਬੜ, ਉਬਲਦੀ ਹੋਈ ਦੇਗ, ਉਹਦੇ ਵਿੱਚ ਉਬਾਲੇ ਖਾਂਦਾ ਹੋਇਆ ਪਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਆਹ ਗੱਲ ਸਮਝਣ ਵਾਲੀ ਇਹ ਨੇ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਸਾਡੇ ਵਰਗੇ ਲੋਕ ਨਹੀਂ, ਸਾਨੂੰ ਤੇ ਜੀ ਦੂਰੋਂ ਹੀ ਡਰ ਆਉਂਦਾ ਕਿਤੇ ਕੰਡਾ ਵੱਜ ਜੇ ਤੇ ਜਾਨ ਨਿਕਲ ਜਾਂਦੀ ਏ, ਕਿਤੇ ਗਰਮ ਚੀਜ਼ ਨੂੰ ਹੱਥ ਲੱਗ ਜੇ ਤੇ ਕਈ ਦਿਨ ਹੱਥ ਫੜ ਕੇ ਬੈਠੇ ਰਹੀਦਾ। ਸੋ ਇੱਥੇ ਸਾਡੇ ਲੋਕਾਂ ਦੀ ਗੱਲ ਨਹੀਂ ਹੋ ਰਹੀ, ਇੱਥੇ ਉਹੋ ਜਿਹੇ ਲੋਕਾਂ ਦੀ ਗੱਲ ਹੋ ਰਹੀ ਜਿਹੋ ਜਿਹੇ ਗੁਰੂ ਅਰਜਨ ਦੇਵ ਮਹਾਰਾਜ ਸਨ। ਉਹੋ ਜਿਹੇ ਲੋਕਾਂ ਦੀ, ਜਿਨ੍ਹਾਂ ਨੇ ਬੰਦ ਕਟਵਾਏ, ਜਿਨ੍ਹਾਂ ਨੇ ਤਨ ਚਰਵਾ ਲਏ, ਉਹੋ ਜਿਹੇ ਲੋਕਾਂ ਦੀ ਗੱਲ ਹੈ। ਉਹ ਕਿਹੋ ਜਿਹਾ ਸੁੱਖਾਂ ਦਾ ਖਜ਼ਾਨਾ ਹਾਸਲ ਕਰ ਲੈਂਦੇ ਹੋਣਗੇ, ਜਿਸ ਸੁੱਖਾਂ ਦੇ ਖਜ਼ਾਨੇ ਨੂੰ ਪਾ ਕੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੀ। ਕਿਹੋ ਜਿਹਾ ਉਹ ਸੁੱਖ ਹੋਏਗਾ, ਕਦੀ ਅਸੀਂ ਤੇ ਜੀ ਉਹ ਇਮੈਜਿਨ ਵੀ ਨਹੀਂ ਕਰ ਸਕਦੇ। ਅਸੀਂ ਉਹੋ ਜਿਹੇ ਸੁੱਖ ਦਾ ਕਦੀ ਮਨ ਵਿੱਚ ਸੰਕਲਪ ਵੀ ਨਹੀਂ ਲੈ ਸਕਦੇ ਵੀ ਉਹ ਕਿਹੋ ਜਿਹਾ, ਉਹਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਕਿਹੋ ਜਿਹਾ ਹੋਏਗਾ। ਉਹਨੂੰ ਬਣ ਆਏ, ਬਸ ਇਹੋ ਜਿਹਾ ਸੁੱਖ ਜੀ ਉਹਨਾਂ ਨੂੰ ਹੀ ਬਣ ਆਉਂਦਾ ਹੈ ਜਿਹੜੇ ਉਹਦੇ ਵਿੱਚ ਸਮਾ ਗਏ ਨੇ, ਜਿਹੜੇ ਉਹਦੇ ਵਿੱਚ ਲੀਨ ਹੋ ਗਏ ਨੇ। 8ਵਾਂ ਬੰਦ ਤੇ ਅਖੀਰਲੀਆਂ ਪੰਕਤੀਆਂ ਨੇ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਪ੍ਰਭੂ ਅਤੇ ਪ੍ਰਭੂ ਦਾ ਜਨ, ਉਹਨਾਂ ਨੂੰ ਭਾਈ ਇੱਕੋ ਜਿਹਾ ਜਾਣੋ, ਉਹਨਾਂ ਵਿੱਚ ਫਰਕ ਨਾ ਸਮਝੋ। ਉਹਨਾਂ ਉਹੋ ਜਿਹੇ ਕਿਸੇ ਮਹਾਂਪੁਰਸ਼ ਨੂੰ ਪ੍ਰਭੂ ਜੀ ਆਪ ਮਾਣ ਦਿਵਾਉਂਦੇ ਨੇ, ਤੇ ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਤਾ ਕੀ ਆਖਦੇ ਨੇ, ਆਪਸ ਕੋ ਆਪ ਦੀਨੋ ਮਾਣ। ਇਹ ਜਿਹੜਾ ਕਿਸੇ ਮਹਾਂਪੁਰਸ਼ ਨੂੰ ਇੱਜ਼ਤ ਮਾਣ ਦਵਾਇਆ ਨਾ ਸੰਸਾਰ ਵਿੱਚ, ਇਹ ਅਸਲ ਵਿੱਚ ਰੱਬ ਨੇ ਆਪਣੇ ਆਪ ਨੂੰ ਹੀ ਦਵਾਇਆ ਹੈ। ਕਿਉਂਕਿ ਉਹ ਜਿਸ ਮਹਾਂਪੁਰਸ਼ ਨੂੰ ਇੱਜ਼ਤ ਮਾਣ ਸੰਸਾਰੀ ਲੋਕ ਦਿੰਦੇ ਨੇ, ਉਹ ਹੱਥ ਜੋੜ ਕੇ ਅੱਗੋਂ ਆਖਦਾ ਜੀ ਇਹ ਮਾਣ ਇੱਜ਼ਤ ਉਹਦਾ ਹੀ ਹੈ, ਸਾਰਾ ਕੁਛ ਇਹ ਉਹਦੀ ਕਿਰਪਾ ਨਾਲ ਹੀ ਹੈ, ਇਹ ਸਭ ਉਹਦਾ ਹੀ ਹੈ। ਸੋ ਇਹ ਰੱਬ ਨੇ ਮਹਾਂਪੁਰਸ਼ਾਂ ਨੂੰ ਮਾਣ ਦਵਾ ਕੇ, ਇੱਜ਼ਤ ਦਵਾ ਕੇ, ਇੱਕ ਤਰ੍ਹਾਂ ਨਾਲ ਆਪਣੇ ਆਪੇ ਨੂੰ ਮਾਣ ਦਵਾਇਆ ਹੈ। ਉਹਦੀ ਆਪਣੀ ਵਡਿਆਈ ਪ੍ਰਗਟ ਹੁੰਦੀ ਹੈ।
ਸੋ ਮੈਂ ਨਾ ਅਖੀਰ ਵਿੱਚ ਭਗਤ ਨਾਮਦੇਵ ਜੀ ਦੇ ਇਹਨਾਂ ਬਚਨਾਂ ਨਾਲ ਅੱਜ ਦੀ ਸਮਾਪਤੀ ਕਰਨਾ ਚਾਹਾਂਗਾ ਕਿ ਉਹ ਪ੍ਰਭ ਜਨ ਇੱਕੋ ਜਾਨ। ਉਹ ਕਿਹੋ ਜਿਹੇ ਨੇ ਪ੍ਰਭੂ ਅਤੇ ਪ੍ਰਭੂ ਦਾ ਜਨ, ਜਿਹੜੇ ਇੱਕੋ ਜਿਹੇ ਹੋ ਜਾਂਦੇ ਨੇ, ਜਿਨ੍ਹਾਂ ਵਿੱਚ ਫਰਕ ਨਹੀਂ ਰਹਿੰਦਾ। ਭਗਤ ਜੀ ਨੇ ਨਾ ਉਦਾਹਰਨ ਲਈ ਹੈ ਜੀ, ਵੇਖੋ ਕਿੰਨਾ ਸੋਹਣਾ ਬਚਨ ਹੈ ਉਹਨਾਂ ਦਾ। ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ। ਜਿਸ ਤਰ੍ਹਾਂ ਜਲ ਦੇ ਉੱਤੇ ਉੱਠੀਆਂ ਹੋਈਆਂ ਲਹਿਰਾਂ, ਜਲ ਦੇ ਉੱਤੇ ਉੱਠੀ ਹੋਈ ਫੇਨ ਦਾ ਮਤਲਬ ਝੱਗ ਹੈ ਜੀ, ਜਿਹੜੀ ਪਾਣੀ ਦੇ ਉੱਤੇ ਝੱਗ ਜੀ ਨਹੀਂ ਬਣ ਜਾਂਦੀ ਸਮੁੰਦਰ ਉੱਤੇ, ਉਹ ਫੇਨ ਉਹਨੂੰ ਆਖਦੇ ਨੇ। ਬੁੱਧ ਬੁੱਧਾ ਦਾ ਮਤਲਬ ਹੁੰਦਾ ਹੈ ਬੁਲਬੁਲਾ। ਇਹ ਤਿੰਨ ਚੀਜ਼ਾਂ ਨੇ ਇੱਥੇ, ਜਲ ਦੇ ਉੱਤੇ ਉੱਠੀਆਂ ਹੋਈਆਂ ਤਰੰਗਾਂ, ਜਲ ਦੇ ਉੱਤੇ ਬਣੇ ਹੋਏ ਪਾਣੀ ਦੇ ਬੁਲਬੁਲੇ, ਅਤੇ ਉਹਨਾਂ ਬੁਲਬੁਲਿਆਂ ਤੋਂ ਬਣੀ ਹੋਈ ਉਹ ਜਿਹੜੀ ਝੱਗ ਜਿਹੀ ਉੱਤੇ ਬਣਦੀ, ਉਹ ਜਲ ਤੇ ਭਿੰਨ ਨਾ ਹੋਈ। ਭਗਤ ਜੀ ਆਖਦੇ ਨੇ ਉਹ ਜਲ ਤੋਂ ਕਦੀ ਵੱਖਰੀ ਨਹੀਂ ਹੁੰਦੀ। ਇਹ ਤਿੰਨੇ ਚੀਜ਼ਾਂ ਅਸਲ ਵਿੱਚ ਜਲ ਦਾ ਹੀ ਇੱਕ ਦੂਸਰਾ ਤੀਸਰਾ ਰੂਪ ਹੁੰਦੀਆਂ ਨੇ। ਅਸਲ ਵਿੱਚ ਇਹ ਜਲ ਹੀ ਹੁੰਦਾ, ਲੇਕਿਨ ਵੇਖਣ ਨੂੰ ਉਹ ਜਲ ਤੋਂ ਵੱਖਰਾ ਰੂਪ ਉਹਨਾਂ ਦਾ ਸਾਨੂੰ ਮਹਿਸੂਸ ਹੁੰਦਾ ਹੈ। ਇਹ ਨਾਮਦੇਵ ਜੀ ਦਾ ਉਹ ਸ਼ਬਦ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਆਖਿਆ ਨਾ, ਗੋਬਿੰਦ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਉਹਦੇ ਵਿੱਚੋਂ ਮੈਂ 2 ਲਾਈਨਾਂ ਲਈਆਂ ਨੇ ਕਿ ਸਾਰਾ ਹਰ ਥਾਂ ਤੇ ਗੋਬਿੰਦ ਵਸਿਆ ਹੋਇਆ, ਕੋਈ ਥਾਂ, ਕੋਈ ਚੀਜ਼, ਕੋਈ ਜੀਵ ਜੰਤੂ ਉਸ ਤੋਂ ਬਿਨਾਂ ਨਹੀਂ। ਤੇ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਆ ਤਿੰਨੇ ਚੀਜ਼ਾਂ ਜਲ ਤੋਂ ਵੱਖਰੀਆਂ ਜਾਪਦੀਆਂ ਹੋਈਆਂ ਵੀ ਜਲ ਹੀ ਹੁੰਦੀਆਂ ਨੇ। ਇਸ ਤਰ੍ਹਾਂ ਮਹਾਂਪੁਰਸ਼ ਰੱਬ ਦੇ ਪਿਆਰੇ, ਵੈਸੇ ਤੇ ਅਸੀਂ ਸਾਰੇ ਉਹਦਾ ਹੀ ਰੂਪ ਹਾਂ, ਸਾਡੇ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ, ਲੇਕਿਨ ਸਾਡੇ ਵਿੱਚ ਇੱਕ ਦੀਵਾਰ ਹੈ ਹਉਮੈ ਦੀ। ਉਸ ਦੀਵਾਰ ਦੇ ਕਾਰਨ ਅਸੀਂ ਆਪਣੇ ਆਪ ਨੂੰ ਉਸ ਤੋਂ ਵੱਖਰਾ ਮਹਿਸੂਸ ਕਰਦੇ ਰਹਿੰਦੇ ਹਾਂ। ਜਿੱਦਣ ਉਹ ਦੀਵਾਰ ਟੁੱਟੇਗੀ, ਜਿੱਦਣ ਬੁਲਬੁਲੇ ਵਿੱਚੋਂ ਹਵਾ ਨਿਕਲੇਗੀ, ਉਹ ਪਾਣੀ ਹੀ ਤੇ ਹੈ, ਬੁਲਬੁਲਾ ਥੋੜ੍ਹੀ ਹੈ। ਬਸ ਉਸੇ ਤਰ੍ਹਾਂ ਹੀ ਅਸੀਂ ਕੁਝ ਹੋਰ ਨਹੀਂ ਹਾਂ, ਅਸੀਂ ਉਹ ਹੀ ਹਾਂ, ਲੇਕਿਨ ਅਜੇ ਸਾਡੇ ਵਿੱਚ ਉਹ ਹਉਮੈ ਵਾਲੀ ਹਵਾ ਭਰੀ ਹੋਈ ਹੈ, ਜਿਹਦੇ ਕਾਰਨ ਇਹ ਬੁਲਬੁਲਾ ਵੱਖਰਾ ਆਪਣੇ ਆਪ ਨੂੰ ਪ੍ਰਤੀਤ ਕਰਦਾ ਹੈ। ਭਗਤ ਜੀ ਆਖਦੇ ਨੇ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ। ਕਿਆ ਸੋਹਣੇ ਬਚਨ ਨੇ ਵੀ ਇਹ ਜਿਹੜਾ ਪਰਪੰਚ ਹੈ ਨਾ, ਇਹ ਜਿਹੜਾ ਤਮਾਸ਼ਾ, ਇਹ ਜਿਹੜਾ ਜਗਤ ਦਿਸਦਾ ਹੈ ਪਿਆ, ਇਹ ਪਾਰ ਬ੍ਰਹਮ ਦੀ ਲੀਲਾ ਹੈ, ਉਹਦਾ ਖੇਲ ਹੈ, ਉਹਦਾ ਇੱਕ ਤਮਾਸ਼ਾ ਹੈ। ਵਿਚਰਤ ਜਦੋਂ ਕੋਈ ਬੰਦਾ ਇਸ ਨੂੰ ਇਸ ਤਰ੍ਹਾਂ ਵਿਚਾਰਦਾ ਹੈ ਠਰਮੇ ਨਾਲ ਬੈਠ ਕੇ ਕਿ ਮੈਂ ਕੀ ਹਾਂ ਤੇ ਪਾਰ ਬ੍ਰਹਮ ਕੀ ਹੈ, ਜਿਵੇਂ ਪਾਣੀ ਉੱਤੇ ਪਾਣੀ ਦਾ ਬਣਿਆ ਹੋਇਆ ਬੁਲਬੁਲਾ ਕੀ ਹੈ, ਪਾਣੀ ਉੱਤੇ ਬਣੀ ਹੋਈ ਪਾਣੀ ਦੀ ਝੱਗ ਕੀ ਹੈ, ਪਾਣੀ ਉੱਤੇ ਬਣੀਆਂ ਹੋਈਆਂ ਲਹਿਰਾਂ ਕੀ ਨੇ। ਵਿਚਰਤ ਜਦੋਂ ਕੋਈ ਇਹਨਾਂ ਨੂੰ ਵਿਚਾਰਦਾ ਹੈ ਤੇ ਉਹ ਇਹ ਸਿੱਟੇ ਤੇ ਪਹੁੰਚਦਾ ਹੈ, ਇਹ ਤੇ ਜਲ ਹੀ ਸੀ। ਮੈਂ ਐਵੇਂ ਭੁਲੇਖੇ ਨਾਲ ਹੀ ਕਹਿੰਦਾ ਰਿਹਾ ਬੁਲਬੁਲਾ ਬਣ ਗਿਆ, ਝੱਗ ਬਣ ਗਈ ਆ, ਲਹਿਰਾਂ ਉੱਠ ਪਈਆਂ। ਜਦੋਂ ਵਿਚਾਰ ਕੀਤੀ ਇਹ ਤੇ ਪਾਣੀ ਹੀ ਸੀ, ਆਨ ਨਾ ਹੋਈ। ਜਦੋਂ ਕੋਈ ਵਿਚਾਰਦਾ ਉਦੋਂ ਇਸ ਤਰ੍ਹਾਂ ਲੱਗਦਾ ਆਨ ਮੈਨੇ ਦੂਸਰਾ, ਕੋਈ ਦੂਸਰਾ ਹੋਰ ਹੈ ਹੀ ਨਹੀਂ, ਪਰਮਾਤਮਾ ਹੀ ਆਪ ਹੈ ਬਸ। ਹਰ ਥਾਂ ਤੇ ਹਰ ਜੀਵ ਵਿੱਚ ਉਹ ਹੀ ਸਮਾਇਆ ਹੋਇਆ, ਉਹ ਹੀ ਵਸਿਆ ਹੋਇਆ, ਉਸ ਤੋਂ ਵੱਖਰਾ ਕੋਈ ਹੋਰ ਹੈ ਹੀ ਨਹੀਂ। ਸੋ ਜੀ ਅੱਜ ਆਪਾਂ ਬੰਦ ਨੰਬਰ 7 ਤੇ 8 ਕਰ ਲਏ ਨੇ, ਤੇ ਇਹਨਾਂ ਵਿੱਚ ਨਾ ਗੁਰੂ ਮਹਾਰਾਜ ਨੇ ਸਾਨੂੰ ਇਹੋ ਹੀ ਗੱਲ ਸਮਝਾਈ ਏ ਕਿ ਤੁਸੀਂ ਭਾਈ ਆਪਣੀਆਂ ਮਨ ਦੀਆਂ ਸਿਆਣਪਾਂ ਛੱਡ ਦਿਓ ਤੇ ਵਾਹਿਗੁਰੂ ਦੇ ਨਾਮ ਦਾ ਜਪ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਹਦੀ ਆਸ ਆਪਣੇ ਮਨ ਵਿੱਚ ਦ੍ਰਿੜ ਕਰਕੇ ਰੱਖੋ, ਤੇ ਇਸ ਭਵਜਲ ਦੇ ਝਮੇਲਿਆਂ ਚੋਂ ਬਾਹਰ ਨਿਕਲ ਜਾਓ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਅਗਲੀ ਜਿਹੜੀ ਅਸ਼ਟਪਦੀ 15 ਆਪਾਂ ਸ਼ੁਰੂ ਕਰਾਂਗੇ ਜਦੋਂ ਵੀ ਅਗਲੀ ਕਲਾਸ ਵਿੱਚ, ਤੇ ਉਹਦੇ ਵਿੱਚ ਉਹਦਾ ਸ਼ਲੋਕ ਆਏ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾ ਕੇ ਸਿਮਰਨ ਉਧਰੀਐ ਨਾਨਕ
ਤਿਸ ਬਲਿਹਾਰ। ਜਦੋਂ ਆਪਾਂ ਇਸ ਤਰ੍ਹਾਂ ਗੁਰਬਾਣੀ ਨੂੰ ਜੀ ਇੱਕ ਇੱਕ ਉਦਾਰਥਕ ਸ਼ਬਦ ਕੱਲਾ ਕੱਲਾ ਕਰਕੇ ਪੜ੍ਹਦੇ ਹਾਂ ਤੇ ਕਿੰਨਾ ਮਨ ਨੂੰ ਸਕੂਨ ਮਿਲਦਾ ਹੈ ਕਿ ਉਹ ਪ੍ਰਭੂ ਸਭ ਕੁਝ ਜਾਣਨਹਾਰ ਏ, ਸਾਰਿਆਂ ਵਿੱਚ ਸਮਾਇਆ ਹੋਇਆ, ਸਭਨਾਂ ਵਿੱਚੋਂ ਲੀਨ ਏ, ਉਸ ਤੋਂ ਵੱਖਰਾ ਕੁਝ ਹੋਰ ਹੈ ਹੀ ਨਹੀਂ। ਕਿੰਨਾ ਮਨ ਸ਼ਾਂਤ ਹੁੰਦਾ ਹੈ ਤੇ ਮਨ ਨੂੰ ਪ੍ਰੇਰਨਾ ਵੀ ਮਿਲਦੀ ਹੈ ਕਿ ਮਨਾ ਹੁਣ ਤੂੰ ਸਿਆਣਾ ਬਣ, ਉਹਨੂੰ ਵਿਸ਼ੇ ਵਿਕਾਰ ਛੱਡ, ਹੁਣ ਔਗਣਾਂ ਦਾ ਤਿਆਗ ਕਰ, ਹੁਣ ਕੁਝ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰ। ਸੋ ਆਪ ਸਾਰੀ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਮੇਰੇ ਪਾਸੋਂ ਜਿੰਨੀਆਂ ਵੀ ਭੁੱਲਾਂ ਹੋਈਆਂ ਨੇ ਉਹਨਾਂ ਲਈ ਮੈਂ ਗੁਰੂ ਜੀ ਪਾਸੋਂ ਤੇ ਆਪ ਸਾਰੀ ਸੰਗਤ ਤੋਂ ਖਿਮਾ ਯਾਚਨਾ ਕਰਦਾ ਹਾਂ। ਬਖਸ਼ ਲੈਣਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।